Hello. 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 ओके ओके ठीक है ठीक आज थोड़ा मैं मैसेज लेट सेंड किया इस कारण करके मैं मतलब रह गया है सेंड करना ਸਾਰੇ ਸਟੂਡੈਂਟਸ 25 4 ਸਟੂਡੈਂਟਸ ਜੁਆਇਨ ਕਰ ਚੁੱਕੇ ਆ ਕੱਲ ਆਪਾਂ ਜਿੱਥੇ ਜੀ ਗੱਲ ਛੱਡੀ ਸੀਗੀ ਉਸ ਤੋਂ ਅੱਗੇ ਕੰਟੀਨਿਊ ਕਰੀਏ ਕੱਲ ਵਾਲਾ ਕਨਸੈਪਟ ਕਲੀਅਰ ਹੋ ਗਿਆ ਤੁਹਾਨੂੰ ਕਿ ਵਾਟ ਇਜ਼ ਦਾ ਇਫੈਕਟ ਆਫ ਟੈਂਪਰੇਚਰ ਔਨ ਦਾ ਔਰ ਗਲੋਬਲ ਵਾਰਮਿੰਗ ਔਨ ਦਾ ਲੈਂਥ ਆਫ ਦਾ ਡੇ ਐਂਡ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਉਹਦੇ ਨਾਲ ਠੀਕ ਹੈ ਕਲੀਅਰ ਹੈ ਸੋ ਉਹਦੇ ਨਾਲ ਹੀ ਹਾਂ ਉਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਮੈਂ ਤੁਹਾਨੂੰ ਪੁੱਟ ਕੀਤਾ ਸੀਗਾ ਕਿ what should be the rotational speed of earth for a body to feel like weightlessness on the equator so numerical ਤੁਹਾਨੂੰ ਮਿਲ ਗਿਆ ਸੀ ਬੁੱਕ ਚੋਂ 17 ਟਾਈਮਸ ਜਿਹੜੀ ਆਉਂਦੀ ਹੈ ਸਪੀਡ ਕੋਈ ਰਿਪਲਾਈ ਨਹੀਂ ਆਇਆ ਮੀਨਸ ਨਹੀਂ ਟਰਾਈ ਕੀਤਾ ਤੁਸੀਂ ਚੈੱਕ ਨਹੀਂ ਕੀਤਾ ਇਹ numerical ਤੁਸੀਂ ਅੱਜ ਟਰਾਈ ਕਰਿਓ ਹਾਂ ਹਨਾ ਨਹੀਂ ਯੈਸ ਸਰ ਦਾ ਮਤਲਬ ਇਹੀ ਹੈ ਕਿ ਨੋ ਨਹੀਂ ਮਿਲਿਆ ਨਾ ਕਿ ਟਰਾਈ ਮਿਲ ਗਿਆ ਸੀ ਤੁਹਾਨੂੰ ਇਹ numerical ਮਿਲਿਆ ਨਹੀਂ ਨਾ ਸੋ ਟਰਾਈ ਕਰਿਓ ਫਿਰ ਮਿਲੂਗਾ ਸੋਲਵਡ ਨਿਊਮੈਰੀਕਲ ਦਿੱਤਾ ਹੋਇਆ ਜਦੋਂ ਹੀ ਇਹ ਸ਼ੁਰੂ ਹੁੰਦਾ ਹੈ ਆਰਟੀਕਲ ਨੈਕਸਟ ਜਿਹੜਾ ਜਦੋਂ ਫ੍ਰੀਲੀ ਫਾਲੋਇੰਗ ਬਾਡੀ ਵਾਲਾ ਉਸ ਤੋਂ ਪਹਿਲਾਂ ਇਹ ਆਰਟੀਕਲ ਦਿੱਤਾ ਹੋਇਆ ਨਿਊਮੈਰੀਕਲ ਦਿੱਤਾ ਹੋਇਆ ਤੁਹਾਡੀ ਬੁੱਕ ਦੇ ਵਿੱਚ ਨਹੀਂ ਮਿਲਿਆ ਤਾਂ ਮੈਂ ਤੁਹਾਨੂੰ ਉਹਦਾ ਪਿਕ ਲੈ ਕੇ ਸੈਂਡ ਕਰ ਦੂੰਗਾ ਠੀਕ ਹੈ ਤਾਂ ਇੱਕ ਚੀਜ਼ ਹੋਰ ਜਦੋਂ ਮੈਂ ਤੁਹਾਨੂੰ ਕੋਈ ਕਨਸੈਪਟ ਐਕਸਪਲੇਨ ਕਰ ਰਿਹਾ ਕਈ ਵਾਰ ਮੈਂ ਤੁਹਾਨੂੰ ਵਰਬਲੀ ਐਕਸਪਲੇਨ ਕਰ ਦਿੰਦਾ ਤਾਂ ਕੱਲ ਮੇਰੇ ਮਾਈਂਡ 'ਚ ਬਾਅਦ 'ਚ ਆਇਆ ਤਾਂ ਸਾਡੇ ਕੋਲ ਇੱਕ ਵਾਈਟ ਬੋਰਡ ਦੀ ਆਪਸ਼ਨ ਹੈਗੀ ਇਹਦੇ 'ਚ ਤਾਂ ਮੈਂ ਤੁਹਾਨੂੰ ਇੱਥੇ ਪਲਾਟ ਕਰਕੇ ਵੀ ਉਹਨੂੰ ਐਕਸਪਲੇਨ ਕਰ ਸਕਦਾ ਸੀਗਾ ਤਾਂ ਤੁਸੀਂ ਵੀ ਮੈਨੂੰ ਪੁਆਇੰਟ ਆਊਟ ਕਰ ਦੇਣਾ ਸਰ ਸਮਝ ਨਹੀਂ ਆ ਰਿਹਾ ਜਾਂ ਗੱਲ ਨਹੀਂ ਪਤਾ ਲੱਗ ਰਹੀ then I will plot or describe on the screen with the help of whiteboard ठीक है ਸੋ ਠੀਕ ਆਪਾਂ ਜੋ ਅੱਜ ਦਾ ਕੋਡ ਵੀ ਸੁਣੀ ਲਓ ਬਾਅਦ ਚ ਰਹਿ ਨਾ ਜਾਵੇ ਕਿਉਂਕਿ ਅਸੀਂ ਫਿਰ ਹੋਰ ਗੱਲਾਂ ਚ ਲੱਗ ਜਾਂਦੇ ਰਹਿ ਜਾਂਦਾ ਤਾਂ ਮਿਲਣਾ ਸਾਰੇ ਸਟੂਡੈਂਟਸ ਜੁਆਇਨ ਕਰ ਚੁੱਕੇ ਆ ਜਾਂ 2 ਮਿੰਟ ਠਹਿਰ ਕੇ ਡਿਸਕ੍ਰਾਈਬ ਕਰ ਦੇਣਾ ਚਲੋ ਤਾਂ ਅੱਗੇ ਚੱਲਦੇ ਆ ਵਾਟ ਇਜ਼ ਦਾ ਇਹ ਅਸੀਂ ਡਿਸਕਸ ਕਰ ਲਿਆ ਸੀਗਾ 34 ਤੱਕ ਅਸੀਂ ਆ ਗਏ ਸੀਗੇ ਇਹ ਆਈਸ ਵਾਲਾ ਆ ਗਿਆ ਠੀਕ ਹੈ ਇਹ ਵੀ ਹੋ ਗਿਆ ਐਂਡ ਫੋਕਾਲਟ ਪੈਂਡੂਲਮ ਦੀ ਗੱਲ ਅਸੀਂ ਕਰ ਲਈ ਸੀ ਮੈਨੂੰ ਲੱਗਦਾ ਇਹ ਸਾਰੇ ਅਸੀਂ ਡਿਸਕਸ ਕਰ ਲਏ ਸੀ ਇਹ ਸਾਰੇ ਡਿਸਕਸ ਕਰ ਲਏ ਸੀ ਆਪਾਂ ਪੁਆਇੰਟ ਇਹ ਕੁਐਸਚਨ ਸਾਰੇ ਡਿਸਕਸ ਹੋ ਗਏ ਸੀ ਨਹੀਂ ਹੋਏ ਅੱਛਾ ਤਾਂ ਕਿੱਥੇ ਤੱਕ ਹੋ ਗਏ 17 ਤੋਂ ਬਾਅਦ ਮੈਂ ਅੱਛਾ ਠੀਕ ਹੈ ਗਲੀਲੀਅਨ ਟ੍ਰਾਂਸਫਾਰਮੇਸ਼ਨ ਇਕੁਏਸ਼ਨਸ ਗਲੀਲੀਅਨ ਟ੍ਰਾਂਸਫਾਰਮੇਸ਼ਨ ਇਕੁਏਸ਼ਨਸ ਕੀ ਸੀਗੀਆਂ ਕਿ ਜਿਸ ਤਰ੍ਹਾਂ ਅਸੀਂ ਇਨਰਸ਼ੀਅਲ ਫਰੇਮਸ ਹੈ ਤਾਂ ਅਸੀਂ ਅਗਰ ਇੱਕ ਫਰੇਮ ਆਫ ਰੈਫਰੈਂਸ ਦੇ ਵਿੱਚ ਕੋਈ ਫਿਜ਼ੀਕਲ ਕੁਆਂਟੀਜ਼ ਨੋਟ ਕੀਤੀਆਂ ਹੈ ਲਾਈਕ ਪੋਜੀਸ਼ਨ ਵੈਲੋਸਿਟੀ ਐਕਸਲਰੇਸ਼ਨ ਫੋਰਸ ਤਾਂ ਉਹ ਵਾਲੀਆਂ ਫਿਜ਼ੀਕਲ ਕੁਆਂਟੀਜ਼ ਅਸੀਂ ਸੈਕੰਡ ਫਰੇਮ 'ਚ ਮੈਜ਼ਰ ਕਰਨਾ ਚਾਹੁੰਦੇ ਹਾਂ ਜਾਂ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਤਾਂ ਸੈਕੰਡ ਫਰੇਮ ਜਿਹੜਾ ਇਨਰਸ਼ੀਅਲ ਫਰੇਮ ਹੋਣਾ ਚਾਹੀਦਾ ਇਨਰਸ਼ੀਅਲ ਫਰੇਮ ਦੀ ਡੈਫੀਨੇਸ਼ਨ ਅਸੀਂ ਆਲਰੇਡੀ ਪੜ੍ਹੀ ਸੀ ਕਿ ਉਹ ਫਰੇਮ ਜਿਹੜਾ ਜਾਂ ਤਾਂ ਰੈਸਟ 'ਚ ਹੋਵੇ ਜਾਂ ਯੂਨੀਫਾਰਮ ਮੋਸ਼ਨ ਦੇ ਵਿੱਚ ਹੋਵੇ ਦੈਟ ਮੀਨਸ ਉਹਦੀ ਵੈਲੋਸਿਟੀ ਯੂਨੀਫਾਰਮ ਵੈਲੋਸਿਟੀ ਹੋਵੇ ਵਿਦ ਰਿਸਪੈਕਟ ਟੂ ਫਸਟ ਫਰੇਮ ਕਿਹਨੂੰ ਕਹਿੰਦੇ ਆ ਅਸੀਂ ਜੋ ਸਟੂਡੈਂਟਸ ਨੇ ਪਹਿਲਾਂ ਨਹੀਂ ਜੁਆਇਨ ਕੀਤਾ ਹੋਇਆ ਨਹੀਂ ਪਤਾ ਆਈ ਥਿੰਕ ਸਾਰੇ ਸਟੂਡੈਂਟਸ ਨੂੰ ਇਹ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਵਾਟ ਇਜ਼ FOR that is frame of reference it is a set of 3 perpendicular coordinates with respect to which the position of a particle can be described
So position and its motion can be described with a set of three mutually perpendicular axes, ਜਿਹਨੂੰ ਅਸੀਂ x, y ਤੇ z axis ਦਾ ਨਾਮ ਦਿੱਤਾ ਹੋਇਆ, ਜਿੱਥੇ ਤਿੰਨੇ axis join ਕਰਦੇ ਆ ਉਸ point ਨੂੰ ਅਸੀਂ origin ਕਹਿੰਦੇ ਆ। ਇਸੇ ਤਰ੍ਹਾਂ ਹੀ ਇਹ ਇੱਕ frame ਹੋ ਗਿਆ। ਸੋ ਜਿਸ ਤਰ੍ਹਾਂ ਤੁਸੀਂ ਆਪਣੇ ਰੂਮ ਦੇ ਵਿੱਚ ਬੈਠੇ ਹੋ ਤਾਂ you are sitting in the frame with respect to your room ਦੀਆਂ ਜਿਹੜੀਆਂ walls ਹੈਗੀਆਂ, walls ਦੇ ਜਿੱਥੇ walls ਤੇ floor ਜਿੱਥੇ join ਕਰਦਾ ਹੈ ਉੱਥੇ ਤੁਹਾਡੇ ਕੋਲ 3 ਲਾਈਨਸ ਬਣਦੀਆਂ ਹੈ। ਇੱਕ x axis corner ਜਿਹੜਾ ਬਣਦਾ ਉਹ origin ਹੈ। ਅਗਰ ਤੁਹਾਨੂੰ ਫਲੋਰ ਨੀਚੇ ਨਹੀਂ ਦਿਖ ਰਿਹਾ ਕੋਈ ਸਮਾਨ ਪਿਆ ਤਾਂ you can see on the top of roof ਜਿੱਥੇ ਛੱਤ ਹੈ ਤੁਹਾਡੀ ਛੱਤ ਤਿੰਨੇ ਕੰਧਾਂ ਨਾਲ ਮਿਲਦੀ ਹੈ ਤਾਂ ਇੱਕ ਕਾਰਨਰ ਬਣਦਾ ਤਾਂ ਉਹਦੇ ਚ ਜਿਹੜੀਆਂ 3 ਲਾਈਨਸ ਬਣ ਗਈਆਂ, ਇੱਕ ਨੀਚੇ ਤੋਂ ਉੱਪਰ ਵੱਲ x ਜਿਹੜੇ z ਐਕਸਿਸ ਹੈ, ਇੱਕ ਲੈਫਟ ਸਾਈਡ ਇੱਕ ਰਾਈਟ ਸਾਈਡ ਜਿਹੜੇ ਪਰਪੈਂਡੀਕੂਲਰ ਡਾਇਰੈਕਸ਼ਨਸ ਬਣਦੀਆਂ, ਇਹਨਾਂ ਨੂੰ ਅਸੀਂ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਕਹਿ ਦਿੰਦੇ ਆ। ਇਹ ਇੱਕ ਫਰੇਮ ਹੋ ਗਿਆ ਤੁਹਾਡਾ frame of reference, and this frame is at rest. You are at rest with respect to the frame of reference. And second frame of reference ਕੀ ਹੈ, suppose ਇੱਕ ਤੁਹਾਡੇ ਘਰ ਦੇ ਨਾਲ ਦੀ ਇੱਕ ਰੋਡ ਲੰਘ ਰਹੀ ਹੈ, ਰੋਡ ਦੇ ਉੱਪਰ ਕੋਈ ਚਲੋ ਕਾਰ ਜਾ ਰਹੀ ਹੈ ਜਾਂ ਤਾਂ ਉਹ ਇੱਕ second frame of reference ਹੋ ਗਿਆ। So second frame with respect to first frame are in relative motion. So motion ਅਗਰ uniform ਹੋਵੇ ਉਹਦਾ ਜਾਂ second frame ਵੀ rest ਹੋਵੇ ਜਾਂ ਯੂਨੀਫਾਰਮ ਮੋਸ਼ਨ ਚ ਹੋਵੇ ਤਾਂ ਉਹਨਾਂ ਨੂੰ ਅਸੀਂ ਇਨਰਸ਼ੀਅਲ ਫਰੇਮਸ ਕਹਿੰਦੇ ਆ। ਤਾਂ ਅਸੀਂ ਰੂਮ ਦੇ ਵਿੱਚ ਬੈਠੇ ਹੋਏ ਰੈਸਟ ਵਾਲੇ ਫਰੇਮ ਚ ਬੈਠ ਕੇ ਅਗਰ ਕੋਈ ਆਬਜ਼ਰਵੇਸ਼ਨਸ ਕਰਦੇ ਆ, ਕੋਈ ਮੈਜ਼ਰਮੈਂਟ ਕਰਦੇ ਆ ਤਾਂ ਸੇਮ ਮੈਜ਼ਰਮੈਂਟਸ ਨੂੰ ਅਗਰ ਟਰਾਂਸਫਾਰਮ ਕਰਨਾ ਹੈ ਅਸੀਂ ਮੂਵਿੰਗ ਫਰੇਮ ਦੇ ਵਿੱਚ ਜਾਂ ਇਹਦਾ ਵਾਈਸ ਵਰਸਾ ਜਿਹਨੂੰ ਅਸੀਂ ਕਹਿੰਦੇ ਰਿਵਰਸ, ਅਗਰ ਮੂਵਿੰਗ ਫਰੇਮ ਚ ਕੋਈ ਆਬਜ਼ਰਵੇਸ਼ਨਸ ਕੀਤੀਆਂ ਤਾਂ ਰੈਸਟ ਵਾਲੇ ਫਰੇਮ ਚ ਉਹਨਾਂ ਆਬਜ਼ਰਵੇਸ਼ਨ ਨੂੰ ਟਰਾਂਸਫਰ ਕਰਨਾ ਹੈ ਅਸੀਂ, ਵੀ ਕੈਨ ਯੂਜ਼ ਥੀਸ ਟਰਾਂਸਫਾਰਮੇਸ਼ਨ ਇਕੁਏਸ਼ਨਸ। ਤਾਂ ਜਿਹੜੀਆਂ ਗਲੀਲੀਅਨ ਟਰਾਂਸਫਾਰਮੇਸ਼ਨ ਇਕੁਏਸ਼ਨਸ ਦੇ ਬਿਲਕੁਲ ਸਿੰਪਲੈਸਟ ਅਸੀਂ ਆਲਰੇਡੀ ਡਰਾਈਵ ਕੀਤੀਆਂ ਸੀਗੀਆਂ। ਗਲੀਲੀਓ ਹੈਜ਼ ਡਰਾਈਵਡ had derived these equations। ਉਸ ਤੋਂ ਬਾਅਦ ਜਿਹੜੀਆਂ ਸੈਕੰਡ ਇਕੁਏਸ਼ਨਸ ਜਿਹੜੀਆਂ ਲੌਰੈਂਟ ਟਰਾਂਸਫਾਰਮੇਸ਼ਨ ਇਕੁਏਸ਼ਨਸ ਹੈ ਉਹ ਅਸੀਂ ਨੈਕਸਟ ਚੈਪਟਰ ਚ ਪੜ੍ਹਨੀਆਂ ਹੈ। LTE ਬੋਲਦੇ ਆ ਇਹਨਾਂ ਨੂੰ ਮੈਂ GTE ਬੋਲਦਾ ਹੈ। GTE ਗੇਮ ਵੀ ਹੈ ਤੁਹਾਡੀ ਵੀਡੀਓ ਗੇਮ ਕੋਈ ਇਸ ਤਰ੍ਹਾਂ ਕਰਕੇ, ਤਾਂ ਕਰਕੇ ਮੈਂ ਇਹਨੂੰ ਗਲੀਲੀਅਨ ਟਰਾਂਸਫਾਰਮੇਸ਼ਨ E ਫॉर ਇਕੁਏਸ਼ਨ। ਓਕੇ, ਕੋਈ ਰਿਸਪੌਂਸ ਨਹੀਂ। ਓਕੇ, ਗਲੀਲੀਅਨ ਟਰਾਂਸਫਾਰਮੇਸ਼ਨਸ ਗਲੀਲੀਓ ਦੇ ਨਾਮ ਤੇ ਨਾਮ ਬਣਿਆ। ਸੋ ਗਲੀਲੀਅਨ ਟਰਾਂਸਫਾਰਮੇਸ਼ਨ ਵੈਲੋਸਿਟੀ ਇਨਵੇਰੀਐਂਟ ਹੈ ਐਂਡ ਕੀ ਹੈ ਗਲੀਲੀਅਨ ਟਰਾਂਸਫਾਰਮੇਸ਼ਨ ਵੈਲੋਸਿਟੀ ਇਜ਼ ਇਨਵੇਰੀਐਂਟ, ਵੇਰੀਐਂਟ ਔਰ ਨਥਿੰਗ ਕੈਨ ਬੀ ਸੈਟ। ਵੈਲੋਸਿਟੀ ਇਜ਼ ਵੇਰੀਐਂਟ, ਵੈਲੋਸਿਟੀ ਚੇਂਜ ਹੁੰਦੀ ਹੈ। ਵੈਲੋਸਿਟੀ ਟਰਾਂਸਫਾਰਮੇਸ਼ਨ ਇਕੁਏਸ਼ਨ, ਵੈਲੋਸਿਟੀ ਐਡੀਸ਼ਨ ਥਿਓਰਮ ਉਹਦਾ ਨਾਮ ਰੱਖਿਆ ਸੀ, ਨਿਊਟਨਸ ਵੈਲੋਸਿਟੀ ਐਡੀਸ਼ਨ ਥਿਓਰਮ। ਵੈਲੋਸਿਟੀ ਚੇਂਜ ਹੁੰਦੀ ਹੈ and are Newton's laws are invariant under Galilean transformations? Yes, Newton's laws are invariant। invariant मतलब constant ही रहते हैं, as it is ही रहते हैं, चाहे rest वाली frame च note कर लिए या moving frame च note कर लिए, but provided वो इड़ा Galilean transformations होनी चाहिए। Galilean transformation automatically clear है कि वो inertial frames ते ही apply होंदियां। तो inertial frame दे विच सारे ਜਿਹੜੇ ਲਾ ਹੈ ਉਹ ਐਪਲੀਕੇਬਲ ਰਹਿੰਦੇ ਹੈ। ਸੋ ਯੈਸ, ਨਿਊਟਨਸ ਲਾ ਜਿਹੜਾ ਹੈ ਉਹ ਵੈਲਿਡ ਹੈ। ਦੇ ਆਰ ਇਨਵੇਰੀਐਂਟ, ਇਨਵੇਰੀਐਂਟ ਮਤਲਬ ਕਾਂਸਟੈਂਟ ਰਹਿੰਦਾ ਹੈ, ਐਜ਼ ਇਟ ਇਜ਼ ਰਹਿੰਦਾ ਹੈ, ਚੇਂਜ ਨਹੀਂ ਹੁੰਦਾ ਬਿਕੋਜ਼ ਐਕਸਲਰੇਸ਼ਨ ਇਜ਼ ਇਨਵੇਰੀਐਂਟ ਅੰਡਰ GTE ਗਲੀਲੀਅਨ ਟਰਾਂਸਫਾਰਮੇਸ਼ਨ ਇਕੁਏਸ਼ਨਸ ਔਰ ਗਲੀਲੀਅਨ ਟਰਾਂਸਫਾਰਮੇਸ਼ਨ। Next is what are Galilean variants and invariants, invariant or quantities under Galilean transformations, or what is the Galilean invariance? So वही concept है कि जो transformation equations लगाने हैं तो किहड़ियां quantities constant रहंदियां हैं, change नहीं होंदियां, उन्हां नूं असीं कह दिंदे हैं कि वो invariant है ਜਾਂ variant है ਜਿਹੜੀਆਂ change हो ਜਾਂਦੀਆਂ, जिस तरह velocity है वो change हो जाती है। The physical quantities or physical equations which change under Galilean transformations are called Galilean variant। ਜਿਹੜੀਆਂ change ਹੁੰਦੀਆਂ ਉਹਨਾਂ ਨੂੰ variant ਬੋਲਦੇ ਆ। Whereas the physical quantities or physical equations or laws which do not change under Galilean transformations are called Galilean invariant। In the मतलब again लगाता, that means the reverse। So invariant मतलब constant रहते हैं, and this principle is called Galilean invariance। Name 3 physical quantities which are invariant under Galilean transformations। The 3 quantities invariant under Galilean transformations are acceleration, force, okay,
सो ये वाली ਜਿਹੜੀਆਂ quantities हैं mass time interval acceleration force, so you can describe these quantities. mass constant ਰਹਿੰਦਾ है, time नहीं change ਹੁੰਦਾ ਤੇ acceleration है, fourth आ गई, force आ गई। ਸੋ ਇਹ ਇਸ ਤਰ੍ਹਾਂ ਦੀਆਂ ਨੇ ਕੁਆਂਟੀਜ਼ ਹੈ ਜਾਂ ਲੀਨੀਅਰ ਜਿਹੜੀ। ਅੱਛਾ ਮੈਨੂੰ ਆਨਸਰ ਦਿਓ, ਲੀਨੀਅਰ ਮੋਮੈਂਟਮ ਜਿਹੜੀ ਫਿਜ਼ਿਕਲੀ ਹੈ, ਅਗਰ ਗਲੀਲੀਅਨ ਟਰਾਂਸਫੋਰਮੇਸ਼ਨ ਇਕੁਏਸ਼ਨ ਤੁਸੀਂ ਲਗਾਉਣੇ ਆ ਤਾਂ ਕੀ ਉਹ ਵੇਰੀਐਂਟ ਹੈ ਕਿ ਇਨਵੇਰੀਐਂਟ ਹੈ? ਹਰੀ ਅਪ। ਲੀਨੀਅਰ ਮੋਮੈਂਟਮ ਅਸੀਂ ਹੁਣੇ ਪੜ੍ਹ ਕੇ ਆਏ ਆ, ਜੋ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਹੈ, ਐਂਡ ਅਸੀਂ ਕਿਹਾ ਕਿ ਨਿਊਟਨ ਦੇ ਜਿਹੜੇ ਲਾ ਹੈਗੇ ਆ ਦੇ ਆਰ ਇਨਵੇਰੀਐਂਟ ਅੰਡਰ ਗਲੀਲੀਅਨ ਟਰਾਂਸਫੋਰਮੇਸ਼ਨ ਇਕੁਏਸ਼ਨਸ, ਤਾਂ ਕਿ ਲੀਨੀਅਰ ਮੋਮੈਂਟਮ ਐਜ਼ ਇਟ ਇਜ਼ ਲੀਨੀਅਰ ਮੋਮੈਂਟਮ ਵੇਰੀਐਂਟ ਹੈ ਕਿ ਇਨਵੇਰੀਐਂਟ ਹੈ ਜਦੋਂ ਗਲੀਲੀਅਨ ਟਰਾਂਸਫੋਰਮੇਸ਼ਨ ਅਸੀਂ ਕਰਦੇ ਹਾਂ। बोलो invariant but may be okay, or नेक्स्ट बोलो कोई भी कंफर्म करो, मे भी नहीं कहना ना। फिर नहीं बोलोगे तो मैं चुप कर वेरिएंट। तो यही मैं चाहता सीगा कि देयर शुड बी सम कंट्रोवर्सी कि कुछ स्टूडेंट कैन some students said that it is variant and other students कह देन कि ये वेरिएंट है। इनवेरिएंट ਤੇ ਇਨਵੇਰੀਐਂਟ ਚ ਮੈਂ ਕਨਫਿਊਜ਼ ਕਰਦਾ ਤੁਹਾਨੂੰ, ਤਾਂ ਹੀ ਥੋੜਾ ਕੁਐਸਚਨ ਜਿਹੜਾ ਪੁੱਟ ਕਰਨਾ ਵਧੀਆ ਲੱਗਦਾ ਹੈ ਕਿ ਸਾਰੇ ਸਟੂਡੈਂਟਸ ਇੱਕੋ ਆਨਸਰ ਦੇ ਦੇਣ ਤਾਂ ਉਹ ਡਿਸਕਸ਼ਨ ਵਧੀਆ ਨਹੀਂ ਲੱਗਦੀ। ਤਾਂ ਹੁਣ ਕਿਹੜੇ ਸਟੂਡੈਂਟਸ ਹਰਪ੍ਰੀਤ ਬੋਲ ਰਿਹਾ ਸੀ? ਮੈਨੂੰ ਤੇਰੀ ਆਵਾਜ਼ ਪਛਾਣ ਆਉਣ ਲੱਗ ਗਈ ਹੁਣ। ਤਾਂ ਸੈਕੰਡ ਕਿਉਂਕਿ ਤੂੰ ਹੀ ਐਕਟਿਵ ਹੈ, ਬਾਕੀ ਤਾਂ ਮੈਨੂੰ ਨਹੀਂ ਲੱਗਦਾ ਕਿ ਬਾਕੀ ਤਾਂ ਮੂੰਹ ਦੇ ਵਿੱਚ ਪਤਾ ਨਹੀਂ ਕੀ ਪਾ ਕੇ ਰੱਖਦੇ, ਬੋਲਦੇ ਨਹੀਂ ਗੇ। हाँ निकिता की कह रही है, बोलो दसो। चलो जिन्हें क्या है कि हाँ हाँ हरप्रीत तू एक्सप्लेन कर, क्योंकि तेरा आंसर सही है। एक्सप्लेन कर दे किस तरह। हम्म 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 बिल्कुल वेलोसिटी चेंज हो जाती। हम्म हम्म बिल्कुल 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 सही। बिल्कुल लीनियर मोमेंटम इनवेरिएंट है क्योंकि जो लीनियर मोमेंटम होती है दैट इज क्वांटिटी ऑफ मोशन कंटेन्ड इन ए बॉडी। दिस इज द डेफिनेशन ऑफ लीनियर मोमेंटम, क्वांटिटी ऑफ मोशन कंटेन्ड इन ए बॉडी, और इट इज द प्रोडक्ट ऑफ मास एंड वेलोसिटी। एंड जो मास ਤਾਂ है, मास ਤਾਂ कांस्टेंट ਰਹਿੰਦਾ है ਗਲੀਲੀਅਨ ट्रांसफॉर्मेशन, बट वेलोसिटी चेंज हो जाती है, वेलोसिटी वेरिएंट है, इस करके मास ਤੇ वेलोसिटी ਦਾ प्रोडक्ट भी वेरिएंट ਹੋਊਗਾ। एंड सैकेंड ਜਿਹੜਾ प्रिंसीपल ऑफ कंजर्वेशन ऑफ लीनियर मोमेंटम है वो ਕੀ ਕਹਿੰਦਾ ਹੈ ਕਿ टोटल लीनियर मोमेंटम बिफोर कोलिजन ਤੇ टोटल लीनियर मोमेंटम आफ्टर कोलिजन वो कांस्टेंट रहती है। तो प्रिंसीपल ऑफ कंजर्वेशन ऑफ लीनियर मोमेंटम वो वेरिएंट है कि इनवेरिएंट है गलीलियन ट्रांसफॉर्मेशन इक्वेशन। हरप्रीत मैं पूछ रहा हूँ क्योंकि तेरे ਨਾਲ डिस्कशन चल रही सी कि प्रिंसीपल ऑफ कंजर्वेशन ऑफ लीनियर मोमेंटम ये वेरिएंट रहूगा कि ये ਉਹਦੇ ਹਿਸਾਬ ਨਾਲ ਤਾਂ ठीक है। बाकी होर कोई स्टूडेंट प्रिंसीपल ऑफ कंजर्व यस हाँ 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 दोबारा तो दसो हरप्रीत की कह रहे हैं। नहीं रहता है कि नहीं रहता, रहता कि हाँ ठीक है गुड। ਇਹਦਾ ਮਤਲਬ ਠੀਕ ਹੈ, ਜੋ ਜਿਹੜਾ ਮੇਰਾ ਮੋਟਿਵ ਸੀ ਉਹ ਤੂੰ ਦੱਸਤਾ ਕਿ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਕਿ ਤੁਹਾਡੇ ਮਾਈਂਡ 'ਚ ਕਨਫਿਊਜ਼ਨ ਹੋ ਰਿਹਾ ਕਿ ਨਹੀਂ ਕਿ ਪ੍ਰਿੰਸੀਪਲ ਦੇ ਹਿਸਾਬ ਨਾਲ ਇਹ ਕਾਂਸਟੈਂਟ ਰਹਿਣਾ ਚਾਹੀਦਾ ਸੀ, ਬਟ ਅਸੀਂ ਗਲੀਲੀਅਨ ਟਰਾਂਸਫੋਰਮੇਸ਼ਨ 'ਚ ਇਹ ਕਿਹਾ ਕਿ ਵੈਲੋਸਿਟੀ ਤਾਂ ਚੇਂਜ ਹੋ ਜਾਂਦੀ ਹੈ, ਜੇ ਵੈਲੋਸਿਟੀ ਚੇਂਜ ਹੁੰਦੀ ਹੈ ਤਾਂ ਲੀਨੀਅਰ ਮੋਮੈਂਟਮ ਵੀ ਚੇਂਜ ਹੋਊਗੀ, ਜੇ ਲੀਨੀਅਰ ਮੋਮੈਂਟਮ ਚੇਂਜ ਹੋ ਰਹੀ ਹੈ ਤਾਂ ਇਹਦਾ ਮਤਲਬ ਜਿਹੜੀ ਟੋਟਲ ਲੀਨੀਅਰ ਮੋਮੈਂਟਮ ਬਿਫੋਰ ਕੋਲਿਜ਼ਨ ਤੇ ਆਫਟਰ ਕੋਲਿਜ਼ਨ ਉਹ ਡਿਫਰੈਂਟ ਹੋਣੀ ਚਾਹੀਦੀ ਹੈ, ਸੇਮ ਨਹੀਂ ਹੋਣੀ ਚਾਹੀਦੀ। ਇਹਦਾ ਮਤਲਬ ਤਾਂ ਇਹੀ ਹੋਇਆ।
ਹਰਪ੍ਰੀਤ ਇਹੀ ਹੋਇਆ? ਠੀਕ ਹੈ, ਓਕੇ। ਹੁਣ ਇਹਨੂੰ ਕੋਈ ਕਰੈਕਟ ਕਰਨਾ ਚਾਹੂਗਾ? ਇਹ ਗਲਤ ਹੈ ਜਿਹੜਾ ਅਸੀਂ ਡਿਸਕ੍ਰਾਈਬ ਕੀਤਾ ਹੈ, देयर इज सम ਮਿਸਟੇਕ, तो ਕੋਈ ਇਹਨੂੰ ਡਿਸਕ੍ਰਾਈਬ ਕਰ ਸਕਦਾ? ਓਕੇ, ਅਸੀਂ ਆਲਰੇਡੀ ਜਦੋਂ ਅਸੀਂ ਇਹ ਕੀਤਾ ਸੀਗਾ ਗ੍ਰੀਲੀਅਨ ਟ੍ਰਾਂਸਫੋਰਮੇਸ਼ਨ ਇਕੁਏਸ਼ਨਸ, ਉਸ ਤੋਂ ਬਾਅਦ ਅਸੀਂ ਇਹ ਆਰਟੀਕਲ ਵੀ ਕੀਤਾ ਸੀਗਾ, ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਰਿਮੇਨਸ ਇਨਵੇਰੀਐਂਟ ਅੰਡਰ ਗ੍ਰੀਲੀਅਨ ਟ੍ਰਾਂਸਫੋਰਮੇਸ਼ਨਸ। ਤਾਂ ਕੋਈ ਇਹਨੂੰ ਡਿਸਕ੍ਰਾਈਬ ਕਰ ਸਕਦਾ ਹੈ ਕਿ ਕਿਸ ਤਰ੍ਹਾਂ ਹੋ ਜਾਂਦਾ? ਐਨੀ ਸਟੂਡੈਂਟ? ਨੋਬਡੀ? ਕੋਈ ਸੁਣ ਵੀ ਰਿਹਾ ਕਿ ਨਹੀਂ? ਬਾਕੀ ਤੋਂ ਬਿਨਾ, ਹਰਪ੍ਰੀਤ ਤੋਂ ਬਿਨਾ ਬਾਕੀ ਸਾਰੇ ਨੇ ਸੁੱਤੇ ਹੋਏ ਆ ਕਿ? ਹੈਲੋ, ਓਕੇ, ਸੋ ਨਹੀਂ ਬੋਲ ਰਹੇ? ਹਾਂ ਹਾਂ, ਠੀਕ ਹੈ। ਆਪਾਂ ਕੀਤਾ ਹੋਇਆ ਕਿ ਨਹੀਂ ਆਰਟੀਕਲ? ਇੰਨੇ ਦੱਸ ਦਿਓ। ਡਿਸਕ੍ਰਾਈਬ ਨਹੀਂ ਕਰ ਸਕਦੇ ਤਾਂ ਅਸੀਂ ਪੂਰਾ ਮੈਥਮੈਟਿਕਲੀ ਅਸੀਂ ਇਹਨੂੰ ਟ੍ਰੀਟ ਕਰਕੇ ਕੀਤਾ ਸੀਗਾ, ਐਂਡ ਪੂਰੇ ਮੈਂ ਇਹਨੂੰ 2 ਦਿਨ ਲਗਾਏ ਸੀ ਇਸ ਆਰਟੀਕਲ ਤੇ। ਐਂਡ ਦਿਸ ਆਰਟੀਕਲ ਇਜ਼ ਇੰਪੋਰਟੈਂਟ। ਜੋ ਆਰਟੀਕਲ ਤੁਹਾਨੂੰ ਕਨਫਿਊਜ਼ ਕਰ ਰਿਹਾ ਹੈ, ਜਿਹਦੇ 'ਚ ਥੋੜੀ ਜਿਹੀ ਇਸ ਤਰ੍ਹਾਂ ਲੱਗਦਾ ਕਿ ਹਾਂ ਬੜੀ ਕਨਫਿਊਜ਼ਨ ਹੋ ਰਹੀ ਹੈ, ਉਹੀ ਆਰਟੀਕਲ ਇੰਪੋਰਟੈਂਟ ਹੁੰਦੇ ਆ, ਕੋਈ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਇਹ ਇੰਪੋਰਟੈਂਟ ਹੈ। ਸੋ ਇਹ ਮੈਨੂੰ ਹੁਣ ਜੇ ਮੈਂ ਇਮੀਡੀਏਟਲੀ ਬੈਕ ਜਾਵਾਂ ਤਾਂ ਮੈਨੂੰ ਸ਼ਾਇਦ ਟਾਈਮ ਲੱਗ ਜਾਊਗਾ ਉਹ ਐਕਸਪਲੋਰ ਕਰਨ ਦੇ ਉੱਪਰ। ਉਹ ਤੁਹਾਡੇ ਮੈਨੂੰ ਲੱਗਦਾ ਕਿ 3 ਜਿਹੜੇ ਲੈਕਚਰ ਹੋ ਗਏ, ਲਾਸਟ ਵੀਕ ਅਸੀਂ ਡਿਸਕਸ ਕੀਤਾ ਸੀਗਾ ਕਿ ਮੈਥਮੈਟਿਕਲੀ ਅਸੀਂ ਇਹਨੂੰ ਡਿਸਕਸ ਕੀਤਾ ਸੀ ਜਦੋਂ ਅਸੀਂ ਗ੍ਰੀਲੀਅਨ ਟ੍ਰਾਂਸਫੋਰਮੇਸ਼ਨ ਇਕੁਏਸ਼ਨਸ ਕੀਤੀਆਂ, ਉਸ ਤੋਂ ਬਾਅਦ ਜਸਟ ਆਫਟਰ ਅਸੀਂ ਪ੍ਰਿੰਸੀਪਲ ਆਫ ਜਿਹੜਾ ਐਕਚੁਅਲੀ ਹੈ ਕਿ ਹਰਪ੍ਰੀਤ ਜਾਂ ਬਾਕੀ ਸਟੂਡੈਂਟਸ ਨਾਲ ਮੈਂ ਜਿਹੜੀ ਗੱਲ ਕਰ ਰਿਹਾ, ਐਕਚੁਅਲੀ ਕੀ ਹੈ ਕਿ ਜਿਹੜਾ ਟੋਟਲ ਲੀਨੀਅਰ ਮੋਮੈਂਟਮ ਹੈ ਬਿਫੋਰ ਤੇ ਆਫਟਰ ਕੋਲਿਜ਼ਨ ਦੀ, ਫॉर एग्जांपल ਇਹ ਲਈ ਸੀ ਕਿ 2 ਬੋਡੀਜ਼ ਹੈ, ਇੱਕ ਬੋਡੀ m1 ਮਾਸ ਹੈ, ਵੈਲੋਸਿਟੀ v1 ਨਾਲ ਚੱਲ ਰਹੀ ਹੈ, ਸੈਕੰਡ ਬੋਡੀ m2 ਮਾਸ ਵਾਲੀ ਵੈਲੋਸਿਟੀ v2 ਨਾਲ ਚੱਲ ਰਹੀ ਹੈ, ਦੋਨੇ ਸਟ੍ਰੇਟ ਲਾਈਨ 'ਚ ਮੂਵ ਕਰ ਰਹੀਆਂ, ਤੇ ਜਿਹੜੀ ਸੈਕੰਡ ਬੋਡੀ ਹੈ ਉਹਦੀ ਜਿਹੜੀ ਸਪੀਡ ਹੈ ਉਸ ਫਸਟ ਬੋਡੀ ਨਾਲੋਂ ਜ਼ਿਆਦਾ ਹੈ, ਤਾਂ ਅਲਟੀਮੇਟਲੀ ਉਹ ਸੈਕੰਡ ਬੋਡੀ ਫਸਟ ਬੋਡੀ 'ਚ ਆ ਕੇ ਸਟ੍ਰਾਈਕ ਕਰੂਗੀ, ਤੇ ਆਫਟਰ ਕੋਲਿਜ਼ਨ ਉਹਨਾਂ ਦੀ ਜਿਹੜੀ ਵੈਲੋਸਿਟੀ ਚੇਂਜ ਹੋ ਜਾਣੀ ਹੈ। ਸੋ ਇਨੀਸ਼ੀਅਲ ਵੈਲੋਸਿਟੀ ਅਸੀਂ u1 u2 ਲੈ ਕੇ ਚੱਲੇ ਸੀ ਦੋਨੇ ਬੋਡੀਜ਼ ਦੀਆਂ, ਤੇ ਅਸੀਂ ਕਿਹਾ ਸੀ u2 ਇਜ਼ ਗ੍ਰੇਟਰ ਦੈਨ u1, ਤੇ ਆਫਟਰ ਕੋਲਿਜ਼ਨ ਅਸੀਂ ਕੋਲਿਜ਼ਨ ਮੰਨ ਕੇ ਚੱਲੇ ਸੀ ਕਿ ਇਲਾਸਟਿਕ ਹੈ, ਤੇ ਕੋਲਿਜ਼ਨ ਤੋਂ ਬਾਅਦ ਜਿਹੜੀ ਵੈਲੋਸਿਟੀ ਆ ਗਈ ਸੀ ਉਹਨੂੰ v1 ਤੇ v2 ਕਹਿਤਾ ਸੀਗਾ। ਤੇ ਇਲਾਸਟਿਕ ਕੋਲਿਜ਼ਨ ਉਹ ਹੁੰਦੀ ਹੈ ਜਿਹਦੇ 'ਚ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਤੇ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਕਾਈਨੈਟਿਕ એનર્ਜੀ ਦੋਨੇ ਵੈਲਿਡ ਹੁੰਦੇ ਆ। ਤਾਂ ਇੱਥੇ ਇਹਨੂੰ ਅਸੀਂ ਯੂਜ਼ ਕਰਨ ਤੋਂ ਕਰਕੇ ਅਸੀਂ ਇਹ ਡਰਾਈਵ ਕੀਤਾ ਸੀਗਾ। ਤਾਂ ਬਾਕੀ ਸਟੂਡੈਂਟਸ ਜਿਨ੍ਹਾਂ ਨੇ ਅਟੈਂਡ ਕੀਤਾ ਸੀ ਉਹਨਾਂ ਨੂੰ ਥੋੜਾ ਯਾਦ ਆ ਗਿਆ ਹੋਊਗਾ, ਸੋ ਉਹ ਆਰਟੀਕਲ ਦੀ ਮੈਂ ਗੱਲ ਕਰ ਰਿਹਾ। ਸੋ ਇਹ ਵਾਲਾ ਇਸ ਤਰੀਕੇ ਨਾਲ ਅਸੀਂ ਇਹਨੂੰ ਮੈਥਮੈਟਿਕਲੀ ਬਾਅਦ ਦੇ ਵਿੱਚ ਮੈਂ ਪ੍ਰੂਵ ਕਰਨ ਤੋਂ ਬਾਅਦ ਐਕਸਪਲੇਨ ਕਰਤਾ ਸੀ ਕਿ ਟੋਟਲ ਲੀਨੀਅਰ ਮੋਮੈਂਟਮ ਆ ਜਾਂਦਾ ਹੈ m1v m1 u1 plus m2 u2 is equal to m1 v1 plus m2 v2 ਇਕੁਅਲ ਆ ਜਾਂਦਾ ਹੈ ਅੰਡਰ ਗ੍ਰੀਲੀਅਨ ਟ੍ਰਾਂਸਫੋਰਮੇਸ਼ਨ। ਤੇ ਉੱਥੇ ਗ੍ਰੀਲੀਅਨ ਜਿਹੜੀ ਵੈਲੋਸਿਟੀ ਟ੍ਰਾਂਸਫੋਰਮੇਸ਼ਨ ਇਕੁਏਸ਼ਨ ਵਾਲੀ ਸੀ, ਇਕੁਏਸ਼ਨ ਯੂਜ਼ ਕੀਤੀ ਸੀ u dash is equal to u plus v ਵਾਲੀ। ਸੋ ਇਹ ਸੀਗਾ u dash s dash ਵਾਲਾ ਜਿਹੜਾ ਮੂਵਿੰਗ ਫਰੇਮ ਆ, ਉਹਦੇ 'ਚ ਜਿਹੜੀ ਵੈਲੋਸਿਟੀ ਹੈ ਕੋਈ u dash ਹੁੰਦੀ ਹੈ ਇਨੀਸ਼ੀਅਲ ਵੈਲੋਸਿਟੀ। ਸੋ ਪਹਿਲਾਂ ਅਸੀਂ ਇਹਨੂੰ ਰੈਸਟ ਵਾਲੇ ਫਰੇਮ ਦੇ ਵਿੱਚ ਡਿਸਕਸ ਕਰ ਲਿਆ ਸੀ, ਬਾਅਦ 'ਚ ਇਹਨੂੰ ਟ੍ਰਾਂਸਫਰ ਕਰ ਲਿਆ ਸੀ ਮੂਵਿੰਗ ਫਰੇਮ ਦੇ ਵਿੱਚ। ਅਗਰ ਹਲੇ ਵੀ ਯਾਦ ਨਹੀਂ ਆਇਆ ਤਾਂ ਮੈਂ ਸਰਚ ਕਰਕੇ ਐਕਸਪਲੇਨ ਕਰਕੇ ਤੇ ਸਕਰੀਨ ਤੇ ਸ਼ੋ ਵੀ ਕਰ ਸਕਦਾ, ਅਗਰ ਹਲੇ ਵੀ ਤੁਹਾਨੂੰ ਯਾਦ ਨਹੀਂ ਆਇਆ ਤਾਂ। ਐਂਡ ਦਿਸ ਆਰਟੀਕਲ ਇਜ਼ ਇੰਪੋਰਟੈਂਟ, ਨੋਟ ਕਰ ਲਓ ਇਹਨੂੰ, ਠੀਕ ਹੈ। ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਸਰ ਉਹ ਸਾਨੂੰ ਮਿਲਿਆ ਨਹੀਂ ਜਾਂ ਸਾਨੂੰ ਸਮਝ ਨਹੀਂ ਆਇਆ ਦੇਖਣ ਤੋਂ ਬਾਅਦ, ਜਿਨ੍ਹਾਂ ਸਟੂਡੈਂਟਸ ਨੇ ਅਟੈਂਡ ਨਹੀਂ ਕੀਤਾ, ਜਿਵੇਂ ਹਰਪ੍ਰੀਤ ਨਾਲ ਗੱਲ ਹੋ ਰਹੀ ਹੈ ਇਹਨੇ ਅਟੈਂਡ ਨਹੀਂ ਕੀਤਾ, ਤੁਸੀਂ ਮੈਨੂੰ ਦੱਸ ਦਿਓ ਬਾਅਦ 'ਚ, ਤਾਂ ਆਪਾਂ ਇਹਨੂੰ ਅਗਰ ਫਿਰ ਵੀ ਨਾ ਸਮਝ ਲੱਗਿਆ ਤਾਂ ਆਪਾਂ ਨੂੰ ਇੱਕ ਪੂਰਾ ਡਿਸਕ੍ਰਾਈਬ ਕਰ ਲਾਂਗੇ ਬਾਅਦ 'ਚ। ਓਕੇ, ਇਹਨੂੰ ਆਪਾਂ ਕੰਟੀਨਿਊ ਕਰੀਏ ਜਿਹੜੀ ਸਾਡੀ ਡਿਸਕਸ਼ਨ ਚੱਲ ਰਹੀ ਸੀਗੀ, ਅੱਗੇ ਚੱਲੀਏ। ਵਧੀਆ ਇੱਕ ਤੁਹਾਨੂੰ ਇੱਕ ਬੜਾ ਵਧੀਆ ਪੁਆਇੰਟ ਮਿਲ ਗਿਆ ਕਿ ਮੈਨੂੰ ਪਤਾ ਲੱਗਿਆ ਕਿ ਕੁਝ ਸਟੂਡੈਂਟਸ ਨੂੰ ਇਹ ਕਨਸੈਪਟ ਕਲੀਅਰ ਨਹੀਂ ਹੋਇਆ ਹੈ, ਐਂਡ ਦਿਸ ਇਜ਼ ਇੰਪੋਰਟੈਂਟ ਫॉर ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਆਲਸੋ। ਤਾਂ ਅੱਜ ਹੀ ਮੈਂ ਇਹਨੂੰ ਕੋਸ਼ਿਸ਼ ਕਰਦਾ ਪਹਿਲਾਂ ਇਹਨੂੰ ਖਤਮ ਕਰ ਲਈਏ, ਬਾਅਦ 'ਚ ਆਪਾਂ ਦੇਖ ਹੀ ਲੈਂਦੇ ਹਾਂ ਇਸ ਤੋਂ ਬਾਅਦ ਕਿ ਉਹ ਤੁਹਾਨੂੰ ਮੈਂ ਡਿਸਕ੍ਰਾਈਬ ਕਰ ਦਿੰਦਾ। ਸੋ ਜੋ ਇਹ ਗੱਲ ਹੋ ਗਈ ਕਲੀਅਰ, 3 ਕੁਆਂਟੀਟੀਜ਼ ਦੀ ਅਸੀਂ ਗੱਲ ਕਰ ਰਹੇ ਸੀਗੇ, ਇਹ ਗੱਲ ਕਰ ਲਈ, ਇੱਥੇ ਗੱਲ ਰੁਕ ਗਈ ਸੀ, ਇੱਥੋਂ ਅਸੀਂ ਦੂਸਰੇ ਪਾਸੇ ਚਲੇ ਗਏ ਸੀ। ਕੈਨੇ ਪਾਰਟੀਕਲ, ਅੱਛਾ ਪਹਿਲਾਂ ਮੈਂ ਕੋਡ ਦੱਸ ਦਾਂਗਾ ਬਾਅਦ 'ਚ ਰਹਿ ਨਾ ਜਾਵੇ। ਸੋ ਅੱਜ ਜਿਹੜਾ ਕੋਡ ਹੈ that is KM01, KM01 कैपिटल लेटर्स है सारे, KM01, ठीक। तो 3 बार रिपीट करता सुन ही गया वो सब नु। तो
टाइप ही कर देंगे हम कह सकूँ ना टाइप ही कर देंगे ਆਪਾਂ ठीक है टाइप कर दिया करो ਤੁਸੀਂ ਇੰਨਾ ਕੰਮ ਕਰਿਆ ਕਰੋ ਮੇਰਾ कोड जो मैं बोलता था टाइप कर दिया करो AM01 चलो so this is the code for attendance. Can a particle be in equilibrium in a non-inertial frame? Can a particle be in equilibrium in a non-inertial frame? Equilibrium ਕੀ ਹੁੰਦਾ? What is the meaning of equilibrium? That is net force is zero. ਜਦੋਂ net force zero ਹੈ ਤਾਂ ਅਸੀਂ ਉਹਨੂੰ ਕਹਿੰਦੇ ਕਿ ਉਹ equilibrium ਚ ਹੈ particle. For example, ਤੁਹਾਡਾ table ਦੇ ਉੱਪਰ ਕੋਈ book ਪਈ ਹੈ, that book is in equilibrium because weight of the book is supported by a reaction of the table. So both are equal and opposite, thus the book is at rest. So that is an equilibrium. So no part, but ਜਿਹੜਾ ਸਾਡੇ ਕੋਲੇ non inertial frame ਹੈ, non inertial frame ਦੀ definition ਹੀ ਹੈ ਕਿ ਉਹਦੇ ਤੇ ਉਹਦੀ net acceleration zero ਨਹੀਂ ਹੁੰਦੀ. ਜੇ acceleration zero ਨਹੀਂ ਹੈ ਤਾਂ ਇਹਦਾ ਮਤਲਬ ਉਹਦੇ ਤੇ ਕੋਈ net force ਲੱਗ ਰਹੀ ਹੈ. अगर फोर्स लग रही है तो कभी भी कोई बॉडी जी है इक्विलिब्रियम च नहीं हो सकती. नो ए पार्टिकल कैन बी इन इक्विलिब्रियम इफ नेट फोर्स एक्टिंग ऑन इट इज जीरो since the particle experiences a fictitious force in the non-inertial frame so it cannot be in equilibrium. Clear? बोल कोई नहीं थोड़े. Now name two variant and invariant quantities under Galilean transformation. इसे already discuss कर लिया. What is the Galilean principle of relativity? जो मैं करवाया सी इधर नाल भी स्टार लगाया सी. It's a very important question. Short answer type का question है. Galilean principle of relativity. Relativity का ਜਿਹੜਾ concept है ना बड़ा important concept है. आने वाले chapter ਜਿਹੜੇ ਅਸੀਂ discuss करने हैं ਉਹਦੇ ਚ ਆਉਣ ਵਾਲੇ ਚੈਪਟਰ ਨਹੀਂ ਨੈਕਸਟ ਸਮੈਸਟਰ ਦੇ ਵਿੱਚ ਅਸੀਂ ਥਿਊਰੀ ਆਫ ਰਿਲੇਟਿਵਿਟੀ ਹੀ ਪੜ੍ਹਨੀ ਹੈ ਸਾਰੀ. ਐਂਡ ਥਿਊਰੀ ਆਫ ਰਿਲੇਟਿਵਿਟੀ ਇੰਨੀ ਕੁ ਕਮਾਲ ਦੀ ਫਿਜ਼ਿਕਸ ਹੈ ਤੇ ਬਹੁਤ ਸਟੂਡੈਂਟਸ ਤਾਂ ਜਿਨ੍ਹਾਂ ਦਾ ਪਹਿਲਾਂ ਇੰਟਰਸਟ ਨਹੀਂ ਹੁੰਦਾ ਫਿਜ਼ਿਕਸ ਥਿਊਰੀ ਆਫ ਰਿਲੇਟਿਵਿਟੀ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਫਿਜ਼ਿਕਸ ਬਹੁਤ ਅੱਛੀ ਲੱਗਣੀ ਸ਼ੁਰੂ ਹੋ ਜਾਂਦੀ ਹੈ. ਕਿਉਂ? ਕਿਉਂਕਿ ਥਿਊਰੀ ਆਫ ਰਿਲੇਟਿਵਿਟੀ ਹੈ ਹੀ ਕਮਾਲ. ਆਈਨਸਟਾਈਨ ਦੀ ਜਿਹੜੀ ਦਾ ਨੇਮ ਹੈ ਜਿੰਨਾ ਕੁ ਆਈਨਸਟਾਈਨ ਨੂੰ ਅਸੀਂ कहना कि पॉपुलर साइंटिस्ट है, वेल नोन फेमस साइंटिस्ट है आइंस्टाइन, अल्बर्ट आइंस्टाइन. मेजर जी उसकी कंट्रीब्यूशन है, कंट्रीब्यूशन तो बहुत अच्छी है. E = mc² भी उन्होंने ड्राइव की है. एंड जी थ्योरी ऑफ रिलेटिविटी है, थ्योरी ऑफ रिलेटिविटी जी है आइंस्टाइन की जी हम तक दी बेस्ट थ्योरी है थ्योरी ऑफ रिलेटिविटी. हम इन्ना इतने बोलता तो 2 मिनट इतने गल करनी बनती है, अदरवाइज तो गल नहीं समझ लगनी कि की गल कर रहा सी मैं. रिलेटिविटी नाम एक बार फिर पढ़ के देखो. रिलेटिविटी. सो वी आर डिस्कसिंग ऑब्जेक्ट्स विद रिस्पेक्ट टू अदर ऑब्जेक्ट्स. जिस तरह असीं फ्रेम ऑफ रेफरेंस की गल ही कर रहे हैं. फ्रेम ऑफ रेफरेंस दे विद रिस्पेक्ट टू असीं किसी बॉडी की पोजीशन, लोकेशन, वेलोसिटी, स्पीड, फोर्स सारा कुछ असीं कैलकुलेट करते हैं. तो अगर वो सारा कुछ असीं फिजिकल क्वांटिटीज एक फ्रेम च नोट की तो दूसरे फ्रेम च लैके जानी है तो उत्थे भी रिलेटिविटी आती है कि एक फ्रेम की विद रिस्पेक्ट टू दूसरा फ्रेम रेस्ट च है कि यूनीफॉर्म मोशन च है कि किस तरह है. तो असीं रिलेटिव गल करते हैं. विद रिस्पेक्ट टू जो आ गया विद रिस्पेक्ट टू दैट इज रिलेटिविटी. तो आइंस्टाइन की तुसीं लोअर क्लासेस च पढ़िया होगा वट इज रेस्ट एंड वट इज मोशन. किसी बॉडी ਨੂੰ ਅਸੀਂ ਰੈਸਟ ਚ ਉਦੋਂ ਕਹਿੰਦੇ ਹਾਂ the body is said to be at rest when it does not change its position with respect to surrounding objects. so a body is said to be rest. ਤਾਂ ਅਸੀਂ ਕਹਿੰਦੇ ਹਾਂ ਕਿ ਉਹ ਬੋਡੀ ਉਦੋਂ ਹੀ ਰੈਸਟ ਦੇ ਵਿੱਚ ਹੈ ਜਦੋਂ ਬੋਡੀ ਆਪਣੀ ਪੋਜੀਸ਼ਨ ਆਪਣੇ ਆਪ ਚੇਂਜ ਨਾ ਕਰੇ ਜਾਂ ਉੱਥੇ ਕੋਈ ਫੋਰਸ ਲਾਉਣ ਤੋਂ ਬਾਅਦ ਚੇਂਜ ਨਾ ਕਰੇ with respect to surrounding objects. And then the body will be at rest. Similarly, motion, reverse of that, when a body changes its position with respect to its surrounding, then the body is said to be in motion. So rest and motion 9th class onwards ਤੁਸੀਂ ਪੜ੍ਹਦੇ ਆਏ ਹੋ concept. ਇਹਦੇ ਚ ਵੀ with respect to the concept ਆਉਂਦਾ. ਜਿੱਥੇ with respect to the concept ਆ ਗਿਆ ਤਾਂ ਉਹ ਕੀ ਚੀਜ਼ ਹੈ? relativity. ਤਾਂ ਜਿਸ ਤਰ੍ਹਾਂ रिलेटिव है साढ़े रिलेटिव भी साढ़े है रिलेटिव चाचे ताए है ना मामे या ब्रदर सिस्टर ये एक ही साढ़े रिलेटिव.
ਅਸੀਂ ਕੀ ਕਹਿੰਦੇ ਆ ਉਹਦੇ ਵਿਦ ਰਿਸਪੈਕਟ ਟੂ ਅਸੀਂ ਗੱਲ ਕਰਦੇ ਹਾਂ। ਸੋ ਇਹ ਰਿਲੇਟਿਵ ਵੀ ਤਾਂ ਬੋਲਦੇ ਆ ਅਸੀਂ ਵਿਦ ਰਿਸਪੈਕਟ ਟੂ, ਅਸੀਂ ਉਹਦੇ ਵਿਦ ਰਿਸਪੈਕਟ ਟੂ ਤੁਹਾਡਾ ਕੀ ਰਿਲੇਸ਼ਨ ਆ ਉਹਦੇ ਨਾਲ। ਸੋ ਦਿਸ ਇਜ਼ ਦ ਰਿਲੇਟਿਵਿਟੀ। ਸੋ ਆਇਨਸਟਾਈਨ ਨੇ ਕੀ ਕਿਹਾ ਕਿ ਜਿੰਨੀਆਂ ਵੀ ਫਿਜ਼ੀਕਲ ਕੁਆਂਟੀਟੀਜ਼ ਹੈਗੀਆਂ ਜੋ ਅਸੀਂ ਫਿਜ਼ਿਕਸ 'ਚ ਮੈਜ਼ਰ ਕਰਦੇ ਹਾਂ, ਉਹਦੇ ਚੋਂ ਸਭ ਤੋਂ ਜਿਹੜੀ ਬੇਸਿਕਸ ਹੈ, ਜਿਵੇਂ ਬੇਸਿਕ ਜਿਹੜੀਆਂ ਕੁਆਂਟੀਟੀਜ਼ ਹੈ ਜਿਵੇਂ ਰੈਸਟ ਤੇ ਮੋਸ਼ਨ, ਦੇ ਆਰ ਨਾਟ ਐਬਸੋਲੂਟ। ਨਥਿੰਗ is at absolute rest and nothing is in absolute motion. So you cannot describe absolute rest and absolute motion. ਤੁਸੀਂ ਕਹੋਗੇ ਸਰ ਸਮਝ ਨਹੀਂ ਆਈ ਗੱਲ, ਐਬਸੋਲੂਟ ਰੈਸਟ ਕਿਉਂ ਨਹੀਂ ਹੋ ਸਕਦੀ? ਸਾਡੀ ਬੁੱਕ ਜਿਹੜੀ ਤੁਸੀਂ ਤੋਂ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ ਇਕੁਲੀਬ੍ਰੀਅਮ ਵਾਲੀ, ਕਿ ਜਿਹੜੀ ਸਾਡੀ ਬੁੱਕ ਹੈ ਜਿਹੜੀ ਟੇਬਲ ਤੇ ਪਈ ਹੈ ਤੇ ਜਿੰਨਾ ਉਹਦਾ weight ਹੈ ਤੇ ਉਨਾ ਉਹਤੇ ਰਿਐਕਸ਼ਨ ਲੱਗੀ ਜਾਂਦਾ, ਤਾਂ ਉਹ ਤਾਂ ਇਕੁਲੀਬ੍ਰੀਅਮ 'ਚ ਹੈ ਤੇ ਰੈਸਟ 'ਚ ਤਾਂ ਹੈ ਉਹ। ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਐਬਸੋਲੂਟ ਰੈਸਟ 'ਚ ਨਹੀਂ ਹੈ? ਇਸ ਤਰ੍ਹਾਂ ਦਾ ਕੁਐਸਚਨ ਆ ਰਿਹਾ ਮਾਈਂਡ 'ਚ? ਇਸ ਤਰ੍ਹਾਂ ਦਾ ਕੁਐਸਚਨ ਬਟ ਨੈਚੁਰਲ ਹੈ ਕਿ ਤੁਹਾਡੇ ਮਾਈਂਡ ਆਉਂਦਾ ਹੋਊਗਾ ਕਿ ਰੈਸਟ ਐਬਸੋਲੂਟ ਕਿਉਂ ਨਹੀਂ ਹੋ ਸਕਦੀ। ਅੱਛਾ, ਮੇਰੀ ਆਵਾਜ਼ ਘੱਟ ਆ ਰਹੀ ਹੈ? ਆਵਾਜ਼ ਘੱਟ ਆ ਰਹੀ ਹੈ? ਮੈਨੂੰ ਦੱਸੋ ਪਹਿਲਾਂ। ਓਕੇ ਓਕੇ, ਉਹ ਠੀਕ ਹੈ। ਮੈਨੂੰ ਐ ਲੱਗਿਆ ਕਿ ਮੇਰੇ ਮਾਈਕ ਦੇ ਵਿੱਚ ਪ੍ਰੋਬਲਮ ਹੈ ਕਿਤੇ, ਮੈਂ ਤਾਂ ਪੁੱਛਿਆ ਸੀ, ਅਦਰਵਾਈਜ਼ ਕੋਈ ਨਹੀਂ। ਤਾਂ ਮੈਂ ਇਹ ਕਹਿੰਦਾ ਨੈਟਵਰਕ ਇਸ਼ੂ ਹੋਊਗਾ। ਓਕੇ, ਮੈਂ ਰਿਪੀਟ ਕਰਦਾ। ਮੈਂ ਕਿੱਥੋਂ ਰਿਪੀਟ ਕਰਾਂ, ਕਿਸ ਚੀਜ਼ ਤੋਂ, ਕਿਸ ਪੁਆਇੰਟ ਤੋਂ ਰਿਪੀਟ ਕਰਾਂ ਦੱਸੋ? ਜਿਹੜਾ ਇੱਕ ਕਨਸੈਪਟ ਪੁੱਛਿਆ, ਕੁਐਸਚਨ ਪੁੱਛਿਆ। ਅੱਛਾ, ਆਇਨਸਟਾਈਨ ਵਾਲੀ ਗੱਲ ਤਾਂ ਕਲੀਅਰ ਹੋ ਗਈ, ਰਿਲੇਟਿਵਿਟੀ ਵਾਲੀ ਗੱਲ ਕਲੀਅਰ ਹੋ ਗਈ ਸੀ, ਐਬਸੋਲੂਟ ਰੈਸਟ ਦੀ ਗੱਲ ਕਰਦੇ ਹਾਂ, ਠੀਕ ਹੈ। ਅੱਛਾ, ਓਕੇ ਓਕੇ। ਆਇਨਸਟਾਈਨ ਦੀ ਜਿਹੜੀ ਥਿਊਰੀ ਆਫ ਰਿਲੇਟਿਵਿਟੀ ਜਿਹੜੀ ਹੈ ਉਹ ਬੇਸਿਕ ਇਹ ਗੱਲ ਦੱਸਦੀ ਹੈ ਸਾਨੂੰ ਕਿ ਜਿੰਨੀਆਂ ਵੀ ਸਾਡੇ ਕੋਲ ਫਿਜ਼ੀਕਲ ਕੁਆਂਟੀਟੀਜ਼ ਹੈਗੀਆਂ ਸਾਰੀਆਂ ਇਹ ਰਿਲੇਟਿਵ ਹੈ। ਉਹਦੇ ਚੋਂ ਸਭ ਤੋਂ ਜਿਹੜੀ ਬੇਸਿਕ ਹੈ ਜਿਵੇਂ ਰੈਸਟ ਔਰ ਮੋਸ਼ਨ, ਤਾਂ ਜਦੋਂ ਅਸੀਂ ਮਕੈਨਿਕਸ ਪੜ੍ਹਦੇ ਹਾਂ ਤਾਂ ਅਸੀਂ ਬੋਡੀ ਇਨ ਮੋਸ਼ਨ ਸਟੱਡੀ ਕਰਦੇ ਹਾਂ, ਤੇ ਅਗਰ ਜਦੋਂ ਸਟੈਟਿਕਸ ਪੜ੍ਹਦੇ ਹਾਂ ਤਾਂ ਬੋਡੀ ਐਟ ਰੈਸਟ ਪੜ੍ਹਦੇ ਹਾਂ। ਤਾਂ ਮਕੈਨਿਕਸ ਇੱਕ ਪਾਰਟ ਹੈ ਫਿਜ਼ਿਕਸ ਦਾ, ਤਾਂ ਮਕੈਨਿਕਸ ਦੇ ਵਿੱਚ ਅਸੀਂ ਮੋਸ਼ਨ ਦੀ ਗੱਲ ਕਰਦੇ ਹਾਂ। ਤਾਂ ਅਸੀਂ ਅਗਰ ਸਾਨੂੰ ਇਹ ਕਨਸੈਪਟ ਹੀ ਕਲੀਅਰ ਨਹੀਂ ਹੈ ਕਿ ਐਬਸੋਲੂਟ ਮੋਸ਼ਨ ਹੋ ਨਹੀਂ ਸਕਦਾ ਕਿਸੇ ਬੋਡੀ ਦਾ, ਮੋਸ਼ਨ ਬਾਅਦ ਦੇ ਵਿੱਚ ਗੱਲ ਆਉਂਦੀ ਹੈ, ਪਹਿਲਾਂ ਰੈਸਟ ਦੀ ਗੱਲ ਆਉਂਦੀ ਹੈ। ਤੇ ਰੈਸਟ ਦੀ ਜੋ ਡੈਫੀਨੇਸ਼ਨ ਤੁਸੀਂ 9th ਕਲਾਸ ਔਨਵਰਡਸ ਪੜ੍ਹੀ ਹੈ, a body is said to be at rest when it does not change its position with respect to its surrounding, then body is said to be at rest। ਜਦੋਂ ਬੋਡੀ ਆਪਣੀ ਕੋਈ ਪੋਜੀਸ਼ਨ ਚੇਂਜ ਨਹੀਂ ਕਰਦੀ ਆਪਣੀ ਸਰਾਊਂਡਿੰਗ ਵਾਲੀਆਂ ਬੋਡੀਜ਼ ਦੇ ਕੰਪੈਰੀਟਿਵਲੀ ਜਾਂ ਵਿਦ ਰਿਸਪੈਕਟ ਟੂ, ਤਾਂ ਉਹ ਆਬਜੈਕਟ ਨੂੰ ਅਸੀਂ ਰੈਸਟ ਕਹਿੰਦੇ ਹਾਂ। ਤਾਂ ਇਹਦਾ ਰਿਵਰਸ ਅਸੀਂ ਕਹਿੰਦੇ ਹਾਂ, a body is said to be in motion when it changes its position with respect to surrounding objects। ਤਾਂ ਆਇਨਸਟਾਈਨ ਨੇ ਇਹ ਗੱਲ ਕਹੀ ਹੈ ਕਿ ਨਥਿੰਗ ਇਜ਼ ਐਟ ਐਬਸੋਲੂਟ ਰੈਸਟ, no body is at absolute rest and no body is at in absolute motion। we cannot say ਕਿ ਇਹ ਬੋਡੀ ਐਬਸੋਲੂਟ ਰੈਸਟ ਦੇ ਵਿੱਚ ਹੈ, ਤੇ ਨਾ ਹੀ ਅਸੀਂ ਇਹ ਕਹਿ ਸਕਦੇ ਕਿ ਇਹ ਪਾਰਟਿਕੂਲਰ ਬੋਡੀ ਐਬਸੋਲੂਟ ਮੋਸ਼ਨ 'ਚ ਹੈ। ਤਾਂ ਐਡੀ ਵੱਡੀ ਇਹਦੀ ਸਿੰਪਲ ਗੱਲ ਹੈ ਬਟ ਬਹੁਤ ਡਿਟੇਲ ਇਹਦੇ ਬੈਕਗਰਾਉਂਡ ਦੇ ਵਿੱਚ ਇੱਕ ਥਿਊਰੀ ਹੈ। ਤਾਂ ਪਹਿਲਾਂ ਇਹ ਗੱਲ ਜਿਹੜੀ ਜਦੋਂ ਮੈਂ ਬੋਲ ਰਿਹਾ ਹਾਂ ਕਿ ਇੱਕ ਬੋਡੀ ਐਬਸੋਲੂਟ ਰੈਸਟ ਦੇ ਵਿੱਚ ਹੋ ਨਹੀਂ ਸਕਦੀ, ਆਇਨਸਟਾਈਨ ਨੇ ਇਹ ਕਿਹਾ ਹੈ, ਤਾਂ ਪਹਿਲਾਂ ਤਾਂ ਇਹਨੂੰ ਸਮਝਣ ਤੇ ਹੀ ਟਾਈਮ ਲੱਗਦਾ ਹੈ ਕਿ ਇਹ ਤਾਂ ਗੱਲ ਗਲਤ ਲੱਗਦੀ ਹੈ ਕਿ ਐਬਸੋਲੂਟ ਰੈਸਟ 'ਚ ਤਾਂ ਹੋ ਹੀ ਸਕਦੀ ਹੈ। ਤਾਂ ਮੇਰਾ ਜਿਹੜਾ ਰੂਮ ਹੈ ਤੁਹਾਡੇ ਰੂਮ 'ਚ, ਜਿਹੜੀ ਮੈਂ ਇਸ ਤੋਂ ਪਹਿਲਾਂ ਐਗਜ਼ਾਮਪਲ ਲਈ ਸੀ ਕਿ ਟੇਬਲ ਦੇ ਉੱਪਰ ਇੱਕ ਬੁੱਕ ਪਈ ਹੈ ਇਕੁਲੀਬ੍ਰੀਅਮ ਦੀ ਗੱਲ ਡਿਸਕ੍ਰਾਈਬ ਕਰਨ ਲਈ, ਇਕੁਲੀਬ੍ਰੀਅਮ ਦਾ ਕਨਸੈਪਟ ਡਿਸਕ੍ਰਾਈਬ ਕਰਨ ਲਈ, ਕਿ ਬੁੱਕ ਜੋ ਰੈਸਟ ਦੇ ਵਿੱਚ ਹੈ ਜਿਹਦਾ weight ਤੇ ਜਿਹੜਾ ਟੇਬਲ ਦਾ ਰਿਐਕਸ਼ਨ ਉਸ ਬੁੱਕ ਤੇ ਲੱਗ ਰਿਹਾ, ਉਹ ਦੋਨੇ ਇੱਕ ਦੂਜੇ ਨਾਲ ਬੈਲੈਂਸ ਹੋ ਰਹੇ ਹੈ, ਤਾਂ ਨੈਟ ਫੋਰਸ ਉਸ ਬੁੱਕ ਦੇ ਉੱਪਰ ਜ਼ੀਰੋ ਹੋ ਗਈ, ਤਾਂ ਉਹ ਬੁੱਕ ਰੈਸਟ ਦੇ ਵਿੱਚ ਹੈ। ਤਾਂ ਵੀ ਸੇ ਦੈਟ ਦ ਬੁੱਕ ਇਜ਼ ਇਨ ਇਕੁਲੀਬ੍ਰੀਅਮ। ਤਾਂ ਹੁਣ ਕੁਐਸਚਨ ਮੈਂ ਇਹ ਪੁੱਛਿਆ ਸੀਗਾ ਕਿ ਇਹ ਤਾਂ ਫਿਰ ਇਹਨਾਂ ਇੱਕ ਦੂਜੇ ਨਾਲ ਕੰਟਰਾਡਿਕਟਰੀ ਹੋ ਗਈਆਂ ਗੱਲਾਂ ਦੋਨੇ, ਕਿ ਐਬਸੋਲੂਟ ਰੈਸਟ ਤੇ ਐਬਸੋਲੂਟ ਮੋਸ਼ਨ। ਤਾਂ ਕੀ ਤੁਸੀਂ ਮੇਰੇ ਨਾਲ ਇਹ ਐਗਰੀ ਹੋ ਕਿ ਜਿਹੜੀ ਬੁੱਕ ਤੁਹਾਡੇ ਟੇਬਲ ਤੇ ਪਈ ਹੈ ਜਿਹਨੂੰ ਮੈਂ ਇਕੁਲੀਬ੍ਰੀਅਮ ਦੀ ਐਗਜ਼ਾਮਪਲ ਬੋਲੀ, ਤਾਂ ਉਹ ਐਬਸੋਲੂਟ ਰੈਸਟ 'ਚ ਹੈ? ਬੋਲੋਗੇ ਤਾਂ ਗੇਨ ਕਰੋਗੇ। ਇਕੁਲੀਬ੍ਰੀਅਮ ਫੋਰਸ ਨਹੀਂ ਹੋ ਸਕਦੀ, ਇਕੁਲੀਬ੍ਰੀਅਮ ਪੋਜੀਸ਼ਨ ਹੁੰਦੀ ਹੈ। ਇਕੁਲੀਬ੍ਰੀਅਮ ਫੋਰਸ ਤਾਂ ਹੁੰਦੀ ਦੋਨੇ ਫੋਰਸ ਜਿਹੜਾ ਕੈਂਸਲ ਹੋ ਰਹੀਆਂ। ਹਾਂ, ਇਕੁਲੀਬ੍ਰੀਅਮ ਪੋਜੀਸ਼ਨ 'ਚ ਹੈ, ਦੈਟ ਮੀਨਸ ਉਹਦਾ weight ਤੇ ਉਹਦਾ ਜਿਹੜੀ ਰਿਐਕਸ਼ਨ ਹੈ ਉਹ ਕੈਂਸਲ ਹੋ ਰਿਹਾ। ਹੂੰ ਹੂੰ ਹੂੰ
ओके 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 ठीक है। तो मतलब हरप्रीत ਦੀ ਇਹ ਕਹਿੰਦਾ ਕਿ ਉਹਦੀ ਟੈਂਡੈਂਸੀ ਹੈ ਕਿ ਉਹ ਮੋਸ਼ਨ ਚ ਹੋਣਾ ਚਾਹੁੰਦੀ ਹੈ, ਬਟ ਉਹ ਤੇ ਜਿਹੜਾ ਉਹਦਾ ਰਿਐਕਸ਼ਨ ਲੱਗ ਰਿਹਾ ਟੇਬਲ ਦਾ, ਇਸ ਕਰਕੇ ਉਹ ਰੈਸਟ 'ਚ ਹੈ। ਇਹ ਕਹਿਣਾ ਚਾਹਣਾ ਤਾਂ ਅਸੀਂ ਇਹਨੂੰ ਐਬਸੋਲੂਟ ਰੈਸਟ ਨਹੀਂ ਕਹਿ ਸਕਦੇ, ਹਨਾ? ਨਹੀਂ ਠੀਕ ਹੈ, ਤੇਰਾ ਲੌਜੀਕ ਠੀਕ ਹੈ, ਬਟ ਇਹ ਆਨਸਰ ਨਹੀਂ ਹੈ ਇਹਦਾ, ਕਿਉਂਕਿ ਉਹ ਜਾਣਾ ਚਾਹੁੰਦੀ ਹੈ ਬਟ ਉਹਦੇ ਰਿਐਕਸ਼ਨ ਤਾਂ ਲੱਗ ਹੀ ਰਿਹਾ ਹੈ। ਵੇਟ ਜਾਣਾ ਕਿਉਂ ਚਾਹੁੰਦੀ ਹੈ? ਕਿਉਂਕਿ ਉਹਦਾ ਵੇਟ ਹੈ, ਅਰਥ ਨੂੰ ਅਟਰੈਕਟ ਕਰ ਰਹੀ ਹੈ ਟੁਵਰਡ ਇਟਸ ਸੈਂਟਰ, ਵੇਟ ਹੈ। ਬਟ ਟੇਬਲ ਨੇ ਰਿਐਕਸ਼ਨ ਲਗਾਤਾ ਉਨਾ ਹੀ ਸੇਮ ਹੀ, ਟੂ ਇਕੁਅਲ ਐਂਡ ਆਪੋਜ਼ਿਟ ਡਾਇਰੈਕਸ਼ਨ, ਨਿਊਟਨ ਥਰਡ ਲਾਅ ਦੇ ਅਕੋਰਡਿੰਗਲੀ, तो कैंसिल हो गई, नेट फोर्स जीरो हो गई, नाउ it is in equilibrium position, so we have to say that it is at rest। ਰੈਸਟ ਤਾਂ ਹੈ ਸਾਡੇ ਵਿਦ ਰਿਸਪੈਕਟ ਟੂ ਦਾ ਰੈਸਟ ਕਹਿ ਸਕਦੇ, ਮੇਰੇ ਜੋ ਤੁਹਾਡੇ ਵਿਦ ਰਿਸਪੈਕਟ ਟੂ ਜਾਂ ਮੇਰੀ ਬੁੱਕ ਜਿਹੜੀ ਪਈ ਹੈ ਮੇਰੇ ਵਿਦ ਰਿਸਪੈਕਟ ਟੂ ਉਹ ਰੈਸਟ 'ਚ ਹੈ, ਕਿਉਂਕਿ ਅਸੀਂ ਵੀ ਰੈਸਟ 'ਚ ਆ ਉਹਦੇ ਵਿਦ ਰਿਸਪੈਕਟ ਟੂ। ਇਹ ਵਾਲੀ ਪੋਜੀਸ਼ਨ ਐਬਸੋਲੂਟ ਰੈਸਟ ਹੈ। ਹੁਣ ਵਾਟ ਇਜ਼ ਦਾ ਮੀਨਿੰਗ ਆਫ ਐਬਸੋਲੂਟ? ਜੇ ਤੁਸੀਂ ਐਬਸੋਲੂਟ ਵਾਲੀ ਡੈਫੀਨੇਸ਼ਨ ਤੇ ਜਾਓਗੇ ਫੇਰ ਗੱਲ ਸਮਝ ਆਊਗੀ, ਜਿਹੜੀ ਮੈਂ ਗੱਲ ਪੁੱਛਣਾ ਚਾਹੁੰਦਾ ਸੀ, ਘੁਮਾਉਣਾ ਚਾਹੁੰਦਾ ਸੀ ਤੁਹਾਡੇ ਮਾਈਂਡ ਨੂੰ, ਤੁਹਾਡੇ ਮਾਈਂਡ 'ਚ ਇੱਕ ਥੋੜੀ ਹਿਲਚੁਲ ਕਰਨੀ ਚਾਹੁੰਦਾ ਸੀ, ਤਾਂ ਕਿ ਤੁਹਾਨੂੰ ਸੋਚਣ ਤੇ ਜਦੋਂ ਮਜਬੂਰ ਹੁੰਦਾ ਹੈ ਨਾ ਕੋਈ ਪਰਸਨ, ਤਾਂ ਉਹਨੂੰ ਉਹ ਗੇਨ ਕਰਦਾ ਹੈ। ਜੇ ਉਹ ਸੋਚਣ ਤੇ ਸ਼ੁਰੂ ਹੀ ਨਹੀਂ ਕਰੇ ਸੋਚਣਾ, ਤਾਂ ਫਿਰ ਉਹਨੂੰ ਕੁਝ ਦੱਸੀ ਜਾਓ, ਉਹਨੂੰ ਐ ਲੱਗਦਾ ਕਿ ਤਾਂ ਚਲੋ ਹੋਣਾ ਹੀ ਹੈ। ਤਾਂ ਜਦੋਂ ਤੁਹਾਡੇ ਮਾਈਂਡ ਦੀ ਉਹ ਵਾਲੀ ਸਵਿਚ ਆਨ ਹੁੰਦੀ ਹੈ ਕਿ ਜਿਹੜੀ ਕਿ ਕ੍ਰੀਏਟੀਵਿਟੀ ਵਾਲੀ ਹੈ, ਕਿ ਤੁਹਾਡਾ ਇਮੇਜਿਨੇਸ਼ਨ ਸਟਾਰਟ ਹੁੰਦੀ ਹੈ, ਤਾਂ ਉਸ ਤੋਂ ਬਾਅਦ ਤੁਸੀਂ ਜੋ ਵੀ ਫੀਡ ਕਰੋਗੇ ਮਾਈਂਡ ਦੇ ਵਿੱਚ ਉਹ ਸਟੋਰ ਹੋ ਜਾਊਗਾ। ਤਾਂ ਅਗਰ ਤੁਸੀਂ ਸਵਿਚ ਆਨ ਹੀ ਨਹੀਂ ਕੀਤੀ ਹੈ ਤਾਂ ਉਹ ਆਟੋਮੈਟਿਕਲੀ ਤੁਹਾਨੂੰ ਲੱਗੂਗਾ ਵੀ ਠੀਕ ਹੈ ਜਿਹੜਾ ਦੱਸ ਰਿਹਾ ਸਰ ਠੀਕ ਹੀ ਹੋਊਗਾ। ਸੋ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਰਹਿਣੀ ਚਾਹੀਦੀ, ਤੁਹਾਡਾ ਬ੍ਰੇਨ ਐਕਟਿਵ ਰਹਿਣਾ ਚਾਹੀਦਾ। ਜਿਸ ਤਰ੍ਹਾਂ ਹਰਪ੍ਰੀਤ ਇੰਟਰੈਕਟ ਕਰਦਾ ਹੈ, ਬਾਕੀ ਸਟੂਡੈਂਟਸ ਨੂੰ ਵੀ ਇਸ ਤਰ੍ਹਾਂ ਇੰਟਰੈਕਟ ਕਰਨਾ ਚਾਹੀਦਾ। ਤਾਂ ਫਿਰ ਉਹਦੇ ਨਾਲ ਕੀ ਹੈ ਕਿ ਤੁਸੀਂ ਜਦੋਂ ਇੰਟਰੈਕਟ ਕਰਦੇ ਹੋ ਦੈਨ ਯੂ ਵਿਲ ਗੇਨ। ਤਾਂ ਚਾਹੇ ਇੱਕ ਗੱਲ ਅਸੀਂ ਸਿੱਖ ਲਈਏ ਇੱਕ ਲੈਕਚਰ ਦੇ ਵਿੱਚ ਤਾਂ ਸਫੀਸ਼ੀਐਂਟ ਹੈ, ਤਾਂ ਇਹ ਨਹੀਂ ਕਿ ਸਾਰਾ ਸਿਲੇਬਸ ਖਤਮ ਕਰ ਦਈਏ ਤੇ ਸਮਝ ਇੱਕ ਵੀ ਨਾ ਆਵੇ, ਉਹਦਾ ਕੋਈ ਫਾਇਦਾ ਨਹੀਂ, ਯੂਜ਼ਲੈਸ ਹੈ। ਤਾਂ ਫਿਜ਼ਿਕਸ ਸਿਰਫ ਅੰਡਰਸਟੈਂਡਿੰਗ ਦੀ ਹੈ, ਕੋਈ ਰੱਟਾ ਫਿਸ਼ਨ ਨਹੀਂ ਕੰਮ ਆਉਣਾ, ਸਮਝਣ ਦੀ ਗੱਲ ਹੈ। ਇੱਕ ਵਾਰੀ ਸਮਝ ਆ ਗਈ ਸਾਰਾ ਕਨਸੈਪਟ ਇੱਕਦਮ ਖੁੱਲ ਜੂਗਾ। ਇੱਕ ਤਰ੍ਹਾਂ ਦੀ ਕੀ ਐਂਡ ਲੌਕ ਵਾਲੀ ਪੋਜੀਸ਼ਨ ਹੈ, ਅਗਰ ਉਹ ਕੀ ਪ੍ਰੋਪਰਲੀ ਲੱਗ ਗਈ ਤਾਂ ਲੌਕ ਖੁੱਲ ਜਾਣਾ, ਫਿਰ ਉਸ ਤੋਂ ਬਾਅਦ ਸਾਰਾ ਕੁਝ ਤੁਹਾਡਾ ਹੀ ਹੈ। ਅਗਰ ਉਹ ਕੀ ਪ੍ਰੋਪਰਲੀ ਲਾਉਣੀ ਨਹੀਂ ਆਈ ਤੁਹਾਨੂੰ, ਤਾਂ ਫਿਰ ਉਹ ਲੌਕ ਖੁੱਲਣਾ ਨਹੀਂਗਾ, ਸਮਝ ਨਹੀਂ ਆਉਣੀ ਕਨਸੈਪਟ ਦੀ। ਸੋ ਜਿਹੜੀ ਇਹ ਗੱਲ ਦੱਸ ਰਿਹਾ ਸੀ ਮੈਂ ਐਬਸੋਲੂਟ ਰੈਸਟ ਵਾਲੀ, ਹੁਣ ਮੈਨੂੰ ਇਹਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਕੋਸ਼ਿਸ਼ ਇਸ ਕਰਕੇ ਕਹਿਣਾ ਕਿ ਜ਼ਰੂਰੀ ਨਹੀਂ, ਮੈਂ ਕਨਫਰਮ ਨਹੀਂ, ਮਤਲਬ 100% ਕਨਫੀਡੈਂਟ ਨਹੀਂ ਹੁੰਦਾ ਕਦੇ ਵੀ ਕਿ ਸਾਰਾ ਤੁਹਾਨੂੰ ਸਮਝ ਆ ਜਾਊਗਾ, ਬਟ ਅਗਰ ਤੁਸੀਂ ਥੋੜੀ ਧਿਆਨ ਨਾਲ ਸੁਣੋਗੇ ਤਾਂ ਜ਼ਰੂਰ ਸਮਝ ਆਊਗੀ। ਦੇਖੋ ਇਹ ਬੁੱਕ ਟੇਬਲ ਤੇ ਪਈ ਹੈ, ਟੇਬਲ ਕਿੱਥੇ ਹੈ? ਟੇਬਲ ਫਲੋਰ ਤੇ ਹੈ, ਐਂਡ ਫਲੋਰ ਦੈਟ ਮੀਨਸ ਅਰਥ ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ, ਵੀ ਆਰ ਸਿਟਿੰਗ ਔਨ ਦਾ ਅਰਥ। ਐਂਡ ਥੋੜਾ ਜਿਹਾ ਮਾਈਂਡ ਨੂੰ ਅਸੀਂ ਐਕਸਪੈਂਡ ਕਰੀਏ, ਆਪਣੀ ਇਮੇਜਿਨੇਸ਼ਨ ਨੂੰ ਅਰਥ ਤੋਂ ਥੋੜਾ ਬਾਹਰ ਨਿਕਲੀਏ, सोलर सिस्टम से चले जाइए, then earth is rotating about its axis, that means this body is also rotating about the axis of earth, and earth is revolving around the sun, that means this body is in, at this point this body is in rotational motion about the axis of earth, and rotational motion about the in the solar system about the sun. So how we can say this book is at absolute rest and we are at absolute rest? समझ लगी? हाँ, ਜਦੋਂ ਅਸੀਂ ਕਿਸੇ ਦੇ ਵਿਦ ਰਿਸਪੈਕਟ ਟੂ ਗੱਲ ਕਰਦੇ ਹਾਂ ਤਾਂ ਵਿਦ ਰਿਸਪੈਕਟ ਟੂ ਤਾਂ ਹੋ ਗਿਆ, ਬਟ ਐਬਸੋਲੂਟ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਵੀ ਆਰ ਟ੍ਰੀਟਿੰਗ ਦਿਸ ਯੂਨੀਵਰਸ, ਤਾਂ ਅਸੀਂ ਯੂਨੀਵਰਸ ਦੇ ਵਿਦ ਰਿਸਪੈਕਟ ਟੂ ਗੱਲ ਕਰ ਰਹੇ ਹਾਂ। ਤਾਂ ਯੂਨੀਵਰਸ ਦੇ ਵਿਦ ਰਿਸਪੈਕਟ ਟੂ ਵੀ ਆਰ ਨਾਟ ਐਟ ਐਬਸੋਲੂਟ ਰੈਸਟ। ਤਾਂ ਅਗਰ ਸਾਨੂੰ ਰੈਸਟ ਦਾ ਪੋਜੀਸ਼ਨ ਹੀ ਨਹੀਂ ਕਲੀਅਰ ਹੋ ਰਹੀ, then how we can say ਕਿ ਐਬਸੋਲੂਟ ਮੋਸ਼ਨ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ? ਠੀਕ ਹੈ, ਜੇ ਸਾਨੂੰ ਰੈਸਟ ਜਿਵੇਂ trains, yes, trees outside the train, बिल्कुल सही, बिल्कुल सही, बिल्कुल सही। सो इस तरीके ਨਾਲ ਅਗਰ ਟ੍ਰੇਨ ਸਾਡਾ ਫਰੇਮ ਆਫ ਰੈਫਰੈਂਸ ਹੈ ਤਾਂ ਅਸੀਂ ਟ੍ਰੇਨ ਦੇ ਵਿੱਚ ਤਾਂ ਇੱਕ ਦੂਜੇ ਦੇ ਵਿਦ ਰਿਸਪੈਕਟ ਟੂ ਰੈਸਟ ਚ ਹੈਗੇ ਆ, ਬਟ ਵੀ ਆਰ ਨਾਟ ਐਟ ਐਬਸੋਲੂਟ ਰੈਸਟ ਵਿਦ ਰਿਸਪੈਕਟ ਟੂ ਦ ਆਬਜੈਕਟਸ ਆਊਟਸਾਈਡ ਦਾ ਟ੍ਰੇਨ। ਸੋ ਸਿਮਿਲਰਲੀ ਸਾਡਾ ਇਹ ਵਾਲਾ ਕਨਸੈਪਟ ਹੈ ਜਿਹੜਾ ਅਸੀਂ ਡਿਸਕਸ ਕਰ ਰਹੇ ਸੀਗੇ, ਬੁੱਕ ਵਾਲਾ ਮੈਂ ਐਗਜ਼ਾਮਪਲ ਦਿੱਤੀ ਸੀ। ਸੋ ਇਹ ਥਿਊਰੀ ਆਫ ਰਿਲੇਟਿਵਿਟੀ ਹੈ, ਐਂਡ ਇਹ ਥਿਊਰੀ ਆਫ ਰਿਲੇਟਿਵਿਟੀ ਸਿਰਫ ਸਪੇਸ ਕੋਆਰਡੀਨੇਟਸ ਦੀ ਨਹੀਂ ਹੈ ਜਿਹੜੀ ਆਇਨਸਟਾਈਨ ਨੇ ਡਿਵੈਲਪ ਕੀਤੀ ਹੈ,
ਇਹ ਚ 3 ਕੋਆਰਡੀਨੇट्स ਤਾਂ ਸਪੇਸ ਵਾਲੇ ਹੈ x y ਤੇ z, ਤੇ 4th ਜਿਹੜਾ ਟਾਈਮ ਵਾਲਾ ਹੈ ਉਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਰਿਲੇਟਿਵਿਟੀ ਜਿਹੜਾ ਟਾਈਮ ਵਾਲਾ ਕੋਆਰਡੀਨੇਟ ਹੈ, ਤਾਂ ਟਾਈਮ ਕੋਆਰਡੀਨੇਟ ਤਾਂ ਤੁਸੀਂ ਮੰਨਦੇ ਹੋ ਕਿ ਜਦੋਂ ਦਾ ਲੈਕਚਰ ਸ਼ੁਰੂ ਹੋਇਆ ਤਾਂ ਟਾਈਮ ਅੱਗੇ ਅੱਗੇ ਲੰਘ ਗਿਆ, ਸਾਡੇ 35 ਮਿੰਟਸ ਕ੍ਰਾਸ ਹੋ ਚੁੱਕੇ ਆ ਜਦੋਂ ਦਾ ਲੈਕਚਰ ਸ਼ੁਰੂ ਹੋਇਆ, so that means ਟਾਈਮ ਕ੍ਰਾਸ ਹੋ ਗਿਆ 20 ਮਿੰਟ, ਸੌਰੀ ਕਿੰਨੇ ਹੋ ਗਏ 30 ਮਿੰਟਸ, 12 20 ਟਾਈਮ ਹੋ ਗਿਆ, ਟਾਈਮ ਓਵਰ ਹੋ ਗਿਆ ਸਾਡਾ। ਤਾਂ ਹੁਣ ਤੁਹਾਨੂੰ ਟਾਈਮ ਪਤਾ ਲੱਗਿਆ, ਅੱਜ ਟਾਈਮ ਪਤਾ ਲੱਗਿਆ 11:40 ਤੋਂ 12:20 ਕਦੋਂ ਹੋ ਗਏ, ਪਤਾ ਲੱਗਿਆ ਟਾਈਮ? ਨਹੀਂ ਲੱਗਿਆ ਨਾ। ਐਂਡ ਦਿਸ ਇਜ਼ ਅਗੇਨ ਦਾ ਪਾਰਟ ਆਫ ਰਿਲੇਟਿਵਿਟੀ। ਆਇਨਸਟਾਈਨ ਨੇ ਇਸ ਚੀਜ਼ ਨੂੰ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਕਿ ਅਗਰ ਤੁਹਾਡਾ ਇੰਟਰਸਟ ਬਣਿਆ ਹੋਇਆ, ਐਗਜ਼ਾਮਪਲ ਕੋਈ ਥਿਊਰੀ ਆਫ ਰਿਲੇਟਿਵਿਟੀ ਟਾਈਮ ਤੇ ਵੀ ਲੱਗਦੇ ਕਿ ਟਾਈਮ ਨੂੰ ਅਸੀਂ ਇਲੋਂਗ ਕਰ ਸਕਦੇ ਹਾਂ, ਟਾਈਮ ਨੂੰ ਕੰਟਰੈਕਟ ਕਰ ਸਕਦੇ ਹਾਂ, ਅਸੀਂ ਟਾਈਮ 'ਚ ਰਿਵਰਸ ਵੀ ਜਾ ਸਕਦੇ ਹਾਂ, ਟਾਈਮ 'ਚ ਫਾਰਵਰਡ ਵੀ ਜਾ ਸਕਦੇ ਹਾਂ, ਬਟ ਦੇਰ ਆਰ ਸਰਟਨ ਕੰਡੀਸ਼ਨਸ। ਮੈਥਮੈਟਿਕਲੀ ਇਟ ਇਜ਼ ਪੋਸੀਬਲ, ਬਟ ਪ੍ਰੈਕਟੀਕਲੀ ਹਲੇ ਤੱਕ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਸਾਡੇ ਕੋਲ ਉਸ ਤਰ੍ਹਾਂ ਦਾ ਉਹ ਕੰਡੀਸ਼ਨ ਸੈਟੀਸਫਾਈਡ ਨਹੀਂ ਹੋਈਆਂ। ਬਟ ਇਸ ਥਿਊਰੀ ਦੇ ਉੱਪਰ, ਇਸ ਕਨਸੈਪਟ ਦੇ ਉੱਪਰ ਬਹੁਤ ਜ਼ਿਆਦਾ ਮੂਵੀਜ਼ ਬਣ ਚੁੱਕੀਆਂ ਹੈ, ਸਾਈ-ਫਾਈ ਮੂਵੀਜ਼ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹਦੇ 'ਚ ਅਸੀਂ ਫਿਊਚਰ 'ਚ ਚਲੇ ਜਾਂਦੇ ਹਾਂ, ਜਿਹਦੇ 'ਚ ਅਸੀਂ ਪਾਸਟ 'ਚ ਚਲੇ ਜਾਂਦੇ ਹਾਂ, ਟਾਈਮ ਟਰੈਵਲ ਜਿਹਨੂੰ ਕਹਿੰਦੇ ਹਾਂ, ਟਾਈਮ ਮਸ਼ੀਨ ਦਾ ਨਾਮ ਤੁਸੀਂ ਸੁਣਿਆ ਹੋਊਗਾ। ਇਹ ਥਿਊਰੀ ਆਫ ਰਿਲੇਟਿਵਿਟੀ ਦਾ ਹੀ ਕਨਸੈਪਟ ਹੈ ਸਾਰਾ। ਸੋ ਇਹ ਜਿਹੜਾ ਪ੍ਰਿੰਸੀਪਲ ਆਫ ਰਿਲੇਟਿਵਿਟੀ ਦੀ ਗੱਲ ਬਾਈ ਚਾਂਸ ਇੱਥੇ ਆ ਗਈ, ਤੇ ਜਦੋਂ ਰਿਲੇਟਿਵਿਟੀ ਆ ਗਈ ਤਾਂ ਮੇਰਾ ਫੇਵਰੇਟ ਟੌਪਿਕ ਹੈ ਥਿਊਰੀ ਆਫ ਰਿਲੇਟਿਵਿਟੀ। ਮੇਰਾ ਫਿਜ਼ਿਕਸ 'ਚ ਇੰਟਰਸਟ ਥਿਊਰੀ ਆਫ ਰਿਲੇਟਿਵਿਟੀ ਪੜ੍ਹਨ ਤੋਂ ਬਾਅਦ ਹੀ ਬਣਿਆ ਸੀ, ਤਾਂ ਤੁਹਾਡਾ ਵੀ ਬਣੂਗਾ। ਤਾਂ ਇਹ ਇਹਦੇ 'ਚ ਮੂਵੀਜ਼ ਬਣ ਸਕਦੀਆਂ ਜੇ ਜਿਸ ਕਨਸੈਪਟ ਨੂੰ ਲੈ ਕੇ ਇੰਨੇ ਵੱਡੀਆਂ ਮੂਵੀਜ਼ ਬਣ ਸਕਦੀਆਂ। ਤਾਂ ਤੁਸੀਂ ਦੇਖੀਆਂ ਵੀ ਹੋਣੀਆਂ ਮੂਵੀਜ਼ ਟਾਈਮ ਟਰੈਵਲ ਵਾਲੀਆਂ, ਦੇਖੀਆਂ ਸਭ ਨੇ? ਤਾਂ ਉਹਦੇ 'ਚ ਜਿਹੜਾ ਜਦੋਂ ਅਸੀਂ ਮੂਵੀ ਦੇਖਦੇ ਹਾਂ ਤੇ ਜਿਹੜੇ 3 ਆਵਰ ਅਗਰ ਇੰਟਰਸਟਿੰਗ ਮੂਵੀ ਹੈ ਤਾਂ 3 ਘੰਟੇ ਦਾ ਟਾਈਮ, ਜਿਹੜਾ ਮੈਂ ਲੈਕਚਰ ਦੀ ਗੱਲ ਤਾਂ ਨਹੀਂ ਕਰੂੰਗਾ ਜਿਵੇਂ ਅੱਜ ਵਾਲਾ ਲੈਕਚਰ ਹੋਇਆ, ਤਾਂ 3 ਘੰਟੇ ਦਾ ਟਾਈਮ ਤੁਹਾਨੂੰ ਲੱਗਦਾ ਹੈ ਇਹ ਖਤਮ ਵੀ ਹੋ ਗਈ ਮੂਵੀ, ਤਾਂ 3 ਘੰਟੇ ਕਦੋਂ ਲੰਘ ਗਏ ਨਹੀਂ ਪਤਾ ਲੱਗਦਾ। ਦਿਸ ਇਜ਼ ਰਿਲੇਟਿਵਿਟੀ ਅਗੇਨ। ਅਗਰ ਬੋਰਿੰਗ ਲੈਕਚਰ ਹੈ ਕੋਈ, ਠੀਕ ਹੈ, ਮੈਂ ਫਿਜ਼ਿਕਸ ਦਾ ਨਹੀਂ ਕਹਿੰਦਾ, ਕੈਮਿਸਟਰੀ ਦੀ ਗੱਲ ਕਰਦਾ, ਅਗਰ ਕੈਮਿਸਟਰੀ ਦਾ ਕੋਈ ਬੋਰਿੰਗ ਜਿਹਾ ਲੈਕਚਰ ਚੱਲ ਰਿਹਾ ਤਾਂ ਦੱਸ ਨਾ ਦਿਓ ਉਹਨਾਂ ਨੂੰ ਕਿਤੇ, ਤਾਂ ਉਦੋਂ ਤੁਹਾਨੂੰ ਲੱਗਦਾ ਕਿ ਟਾਈਮ ਵੀ ਨਹੀਂ ਕ੍ਰਾਸ ਹੋ ਰਿਹਾ, ਅੱਜ ਪਾਸ ਹੀ ਨਹੀਂ ਹੋ ਰਿਹਾ ਟਾਈਮ, ਹੈ ਨਾ। ਸੋ ਇਹ ਵੀ ਥਿਊਰੀ ਆਫ ਰਿਲੇਟਿਵਿਟੀ ਦਾ ਪਾਰਟ ਹੈ। ਚਲੋ ਇਹਦਾ ਮਤਲਬ ਮੈਂ ਤੁਹਾਡਾ ਇੰਟਰਸਟ ਕ੍ਰੀਏਟ ਕਰਨ ਤੇ ਮੈਂ ਸਕਸੈਸਫੁਲ ਥੋੜਾ ਮੋਟਾ ਤਾਂ ਹੋਇਆ ਹੀ ਹੋਊਗਾ। ਥਿਊਰੀ ਆਫ ਰਿਲੇਟਿਵਿਟੀ ਕਦੋਂ ਪੜ੍ਹੀਏ, ਕਦੋਂ ਵਾਰੀ ਆਵੇ ਸਾਡੀ ਪੜ੍ਹਨ ਦੀ ਉਹਦੀ, ਤਾਂ ਉਹ ਪੂਰੀ ਬੁੱਕ ਇਹਦੇ ਸਾਡੇ ਹਾਫ ਬੁੱਕ ਥਿਊਰੀ ਆਫ ਰਿਲੇਟਿਵਿਟੀ ਨਾਲ ਰਿਲੇਟਡ ਹੈ ਨੈਕਸਟ ਸੈਮ ਦੇ ਵਿੱਚ। ਸੋ ਆਲ ਦਾ ਲਾਜ਼ ਆਫ, ਬਾਕੀ ਥੋੜਾ ਟਾਈਮ ਹੋ ਗਿਆ ਨੈਕਸਟ ਕਲਾਸ ਦਾ, ਠੀਕ ਹੈ। ਬਾਕੀ ਆਪਾਂ ਗੱਲਾਂ ਕਰਾਂਗੇ ਨੈਕਸਟ ਵੀਕ, ਅੱਜ ਲਈ ਇੰਨਾ ਬਹੁਤ ਹੈ। ਇਹ ਸਾਡਾ ਆਲਮੋਸਟ ਖਤਮ ਹੋ ਗਿਆ। ਜੋ 3-4 ਕੁਐਸਚਨ ਰਹਿੰਦੇ ਆ ਆਲਰੇਡੀ ਤੁਸੀਂ ਦੇਖ ਲਿਓ, ਅਸੀਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ, ਉਹੀ ਰਿਪੀਟ ਹੋਏ ਗਏ ਕੁਐਸਚਨ। ओके ठीक है बेटा, ओके। हाँ हाँ पूछो, की दोबारा तो ला दो, नो प्रॉब्लम। सेकंड टाइम ला दो, क्योंकि मेरे को दो जो कंडीशंस रखे हैं ਤੁਹਾਨੂੰ ਮੈਂ ਓਪਨਲੀ ਦੱਸ ਦਿੰਦਾ। ਅਗਰ ਟਾਈਮ ਫਰੇਮ ਟਾਈਮ ਵੀ ਰੱਖਿਆ ਉਹਦੇ ਚ ਮੈਂ, ਉਸ ਟਾਈਮ ਕਲਾਸ ਟਾਈਮ ਚ ਅਟੈਂਡੈਂਸ ਲੱਗ ਰਹੀ ਹੈ, ਐਂਡ ਸੈਕੰਡਲੀ ਜਿਹੜਾ ਮੈਂ ਕੋਡ ਲਾਇਆ ਉਹ ਦੋਨੇ ਮੈਚ ਕਰਦੇ ਆ, ਤੇ ਇੱਕ ਮੈਂ ਹੋਰ ਵੀ ਕੰਡੀਸ਼ਨ ਲਾ ਰੱਖੀ ਹੈ, ਤਾਂ ਜਿਹੜੀ ਮੈਂ ਇੱਥੇ ਡਿਸਕਲੋਜ਼ ਨਹੀਂ ਕਰਨੀ, ਜਿਹਦੇ ਨਾਲ ਮੈਂ ਵੈਰੀਫਾਈ ਕਰ ਲੈਣਾ ਕਿ ਇਹ ਸਟੂਡੈਂਟ ਵਾਕਈ ਮੇਰੀ ਕਲਾਸ ਅਟੈਂਡ ਕਰ ਰਿਹਾ ਸੀ ਕਿ ਨਹੀਂ, ਤਾਂ ਉਹ ਪਤਾ ਲੱਗ ਜਾਂਦਾ ਮੈਨੂੰ। ਤਾਂ ਇੱਕ ਦੋ ਸਟੂਡੈਂਟਸ, ਇੱਕ ਦੋ ਨਹੀਂ 3-4 ਸਟੂਡੈਂਟ ਇਸ ਤਰ੍ਹਾਂ ਦੇ ਜਿਹੜੇ ਕਲਾਸ ਅਟੈਂਡ ਨਹੀਂ ਕਰਦੇ, ਉਹ ਬਾਅਦ ਦੇ ਵਿੱਚ ਉਹ ਕੋਡ ਲਾ ਦਿੰਦੇ ਆ, ਪਤਾ ਨਹੀਂ ਕੌਣ ਕਨਵੇ ਕਰ ਦਿੰਦਾ ਉਹਨਾਂ ਨੂੰ, ਤਾਂ ਮੈਂ ਉਹਨਾਂ ਦੀ ਐਬਸੈਂਟ ਹੀ ਲਾ ਰਿਹਾ। ਮੈਂ ਇਸ ਕਰਕੇ ਕਲੈਰੀਫਾਈ ਕਰਨਾ ਚਾਹੁੰਦਾ, ਜੋ ਸਟੂਡੈਂਟਸ ਮੇਰੀ ਕਲਾਸ ਨਹੀਂ ਲਾ ਰਹੇ ਉਹਨਾਂ ਦੀ ਅਟੈਂਡੈਂਸ ਨਹੀਂ ਲੱਗਣੀ, ਤਾਂ ਜਿਹੜੇ ਪ੍ਰੋਪਰਲੀ ਲਗਾ ਰਹੇ ਟਾਈਮ, ਉਹਨਾਂ ਟਾਈਮ ਰਹਿੰਦੇ ਕਲਾਸ, ਉਹਨਾਂ ਦੀ ਅਟੈਂਡੈਂਸ ਹੀ ਮਾਰਕ ਹੋਊਗੀ, ਬਾਅਦ ਚ ਨਾ ਕਿ ਉਹ ਸਾਰਾ ਅਸੀਂ ਤੱਕ ਕੋਡ ਲਾਇਆ ਸੀ। ਤਾਂ ਮੇਰੇ ਕੋਲ ਹੋਰ ਵੀ 2 ਪੈਰਾਮੀਟਰ ਰੱਖੇ ਹੋਏ, ਇੱਕ ਮੈਂ ਤੁਹਾਨੂੰ ਡਿਸਕਲੋਜ਼ ਕਰਤਾ, ਇੱਕ ਮੈਂ ਡਿਸਕਲੋਜ਼ ਨਹੀਂ ਕੀਤਾ, ਤਾਂ ਮੈਂ ਉਹਨਾਂ ਨਾਲ ਵੈਰੀਫਾਈ ਕਰ ਲੈਂਦਾ, ਠੀਕ ਹੈ। ਸੋ ਥੋੜਾ ਸੌਖਾ ਇਸ ਕਰਕੇ ਕਰਨ, ਮਤਲਬ ਕਿ ਅਟੈਂਡੈਂਸ ਤੇ ਟਾਈਮ ਵੇਸਟ ਨਾ ਹੋਵੇ, ਇਸ ਕਰਕੇ ਮੈਂ ਇਹਨੂੰ ਥੋੜਾ ਈਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਸਕਰੀਨਸ਼ਾਟ ਲਵਾਂ ਫਿਰ ਮੈਂ ਦੇਖਦਾ ਰਹਾਂ, ਉਹ ਮੈਂ ਛੱਡ ਤੱਕ, ਠੀਕ ਹੈ। ਫਿਰ ਬਾਕੀ ਇਹ ਤੁਹਾਡਾ ਚੈਪਟਰ ਸਾਰਾ ਜਿਹੜਾ ਤੁਹਾਡਾ ਇਹਦੀ ਸਕਰੀਨ ਮੈਂ ਰਿਕਾਰਡ ਹੀ ਕਰਦਾ ਸਾਰੀ, ਇਹ ਤੁਸੀਂ ਜਿਹੜੀ ਤੁਹਾਡਾ ਜਿੰਨੇ ਵੀ ਇੱਥੇ ਸਟੂਡੈਂਟਸ ਪ੍ਰੈਜ਼ੈਂਟ ਹੁੰਦੇ ਉਹ ਰਿਕਾਰਡਿੰਗ ਮੇਰੇ ਕੋਲ ਰਹਿੰਦੀ ਹੈ, ਜੋ ਮੈਂ ਤੁਹਾਨੂੰ ਟੀਚ ਕਰ ਰਿਹਾ ਮੇਰੇ ਕੋਲ ਰਿਕਾਰਡਿੰਗ ਰਹਿੰਦੀ ਹੈ। ਕਿਸੇ ਨੂੰ ਕੋਈ ਜ਼ਰੂਰਤ ਹੋਵੇ ਕਦੇ ਕੋਈ ਅਟੈਂਡ ਨਾ ਕਰ ਪਾਇਆ ਹੋਵੇ ਤਾਂ ਉਹਨੂੰ ਮੈਂ ਸੈਂਡ ਵੀ ਕਰ ਦਿੰਦਾ ਬਾਅਦ ਚ, ਠੀਕ। ओके नेक्स्ट क्लास लाओ बेटा, टाइम हो गया। ओके।